आओ सब तो पहला देखते हाँ MS वर्ड की है। MS वर्ड एक वर्ड प्रोसैसिंग सॉफ्टवेयर है जो माइक्रोसॉफ्ट ऑफिस का ही एक मुख्य भाग है। इस दी वरतों नाल चिट्ठी पत्र, रिपोर्ट ਅਤੇ ਹੋਰ कई किस्मां के डॉक्यूमेंट तैयार किए जा सकते हैं। MS वर्ड वर्जन 2010 ਵਿੱਚ ਤਿਆਰ ਕੀਤੀ ਗਈ ਫਾਈਲ ਦੀ ਐਕਸਟੈਂਸ਼ਨ .docx ਹੁੰਦੀ ਹੈ। ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ ਕਿ MS वर्ड MS ऑफिस ਦਾ ਇੱਕ ਭਾਗ ਹੈ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਦੇਖ ਪਾ ਰਹੇ ਹੋ, ਮਾਈਕਰੋਸਾਫਟ ਆਫਿਸ ਗਰੁੱਪ ਵਿੱਚ ਇਹ ਕੁਝ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਕੰਮਾਂ ਨੂੰ ਕਰਵਾਉਣ ਲਈ ਸੌਫਟਵੇਅਰ ਦਰਸਾਏ ਗਏ ਹਨ। ਮਾਈਕਰੋਸਾਫਟ ਵਰਡ 2010 ਇਸ ਗਰੁੱਪ ਦੇ ਸੌਫਟਵੇਅਰਾਂ ਵਿੱਚੋਂ ਇੱਕ ਹੈ। ਮਾਈਕਰੋਸਾਫਟ ਆਫਿਸ ਵਿੱਚ ਉਹ ਸੌਫਟਵੇਅਰ ਮੌਜੂਦ ਹੁੰਦੇ ਹਨ ਜੋ ਦਫ਼ਤਰੀ ਕੰਮਕਾਰ ਲਈ ਵਰਤੇ ਜਾਂਦੇ ਹਨ। ਇਸ ਲਈ ਇਹਨਾਂ ਸਾਰੇ ਸੌਫਟਵੇਅਰਾਂ ਦੇ ਗਰੁੱਪ ਦਾ ਨਾਮ ਮਾਈਕਰੋਸਾਫਟ ਆਫਿਸ ਹੈ। ਮਾਈਕਰੋਸਾਫਟ ਕੰਪਨੀ ਦਾ ਨਾਂ ਹੈ ਜਿਸ ਨੇ ਇਹਨਾਂ ਸੌਫਟਵੇਅਰਾਂ ਦੇ ਗਰੁੱਪ ਨੂੰ ਤਿਆਰ ਕੀਤਾ ਹੈ। ਮਾਈਕਰੋਸਾਫਟ ਵਰਡ ਸਟਾਰਟ ਕਰਨ ਲਈ ਅਸੀਂ ਸਟਾਰਟ ਮੈਨੂ ਉੱਪਰ ਕਲਿੱਕ ਕਰਕੇ ਆਲ ਪ੍ਰੋਗਰਾਮਸ ਵਿੱਚ ਮਾਈਕਰੋਸਾਫਟ ਆਫਿਸ ਗਰੁੱਪ ਵਿੱਚ ਜਾ ਕੇ ਮਾਈਕਰੋਸਾਫਟ ਵਰਡ ਆਪਸ਼ਨ ਉੱਪਰ ਕਲਿੱਕ ਕਰਕੇ ਉਸ ਨੂੰ ਸਟਾਰਟ ਕਰ ਸਕਦੇ ਹਾਂ। ਮਾਈਕਰੋਸਾਫਟ ਵਰਡ ਪ੍ਰੋਗਰਾਮ ਦਾ ਆਈਕਨ ਇਸ ਪ੍ਰਕਾਰ ਨਜ਼ਰ ਆਉਂਦਾ ਹੈ। ਆਓ ਰਨ ਬਾਕਸ ਦੀ ਮਦਦ ਨਾਲ MS वर्ड ਨੂੰ ਸਟਾਰਟ ਕਰਨ ਦਾ ਤਰੀਕਾ ਦੇਖਦੇ ਹਾਂ। ਸਭ ਤੋਂ ਪਹਿਲਾਂ ਕੀਬੋਰਡ ਤੋਂ ਵਿੰਡੋ ਅਤੇ R ਬਟਨ ਦਬਾਏ ਜਾਂਦੇ ਹਨ ਤਾਂ ਕਿ ਰਨ ਬਾਕਸ ਨੂੰ ਖੋਲ੍ਹਿਆ ਜਾ ਸਕੇ। ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਹ ਵਿੰਡੋ ਕੀ ਹੈ, ਇਹ R, ਇਹਨਾਂ ਦੋਵੇਂ ਬਟਨਾਂ ਨੂੰ ਇਕੱਠਾ ਦਬਾਉਂਦੇ ਹੋਏ ਅਸੀਂ ਰਨ ਬਾਕਸ ਓਪਨ ਕਰ ਸਕਦੇ ਹਾਂ। ਰਨ ਬਾਕਸ ਖੋਲ੍ਹਣ ਤੋਂ ਬਾਅਦ ਉਸ ਵਿੱਚ ਵਿਨ ਵਰਡ ਸ਼ਬਦ ਟਾਈਪ ਕੀਤਾ ਜਾਂਦਾ ਹੈ, WINWORD। ਪਿਆਰੇ ਬੱਚਿਓ, ਇਸ ਸ਼ਬਦ ਵਿਚਕਾਰ ਤੁਸੀਂ ਕੋਈ ਵੀ ਖਾਲੀ ਥਾਂ ਨਹੀਂ ਛੱਡਣੀ, ਇਹ ਇੱਕੋ ਹੀ ਵਰਡ ਹੈ। ਵਿਨ ਵਰਡ ਟਾਈਪ ਕਰਨ ਤੋਂ ਬਾਅਦ ਓਕੇ ਬਟਨ ਉੱਪਰ ਕਲਿੱਕ ਕਰਕੇ ਅਸੀਂ MS ਵਰਡ ਨੂੰ ਸਟਾਰਟ ਕਰ ਸਕਦੇ ਹਾਂ। MS ਵਰਡ ਸਟਾਰਟ ਹੋਣ ਉਪਰੰਤ ਇਸ ਚਿੱਤਰ ਵਿੱਚ ਦਿਖਾਏ ਅਨੁਸਾਰ ਨਜ਼ਰ ਆਵੇਗਾ। ਆਓ ਹੁਣ MS ਵਰਡ ਵਿੰਡੋ ਦੇ ਵੱਖ-ਵੱਖ ਭਾਗਾਂ ਦੇ ਨਾਮ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਉੱਪਰ ਟਾਈਟਲ ਬਾਰ ਹੁੰਦੀ ਹੈ ਜਿਸ ਦੇ ਸੱਜੇ ਪਾਸੇ ਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਜ਼ ਬਟਨ ਮੌਜੂਦ ਹੁੰਦੇ ਹਨ। ਖੱਬੇ ਪਾਸੇ ਕੁਇਕ ਐਕਸੈਸ ਟੂਲਬਾਰ ਮੌਜੂਦ ਹੁੰਦੀ ਹੈ। ਟਾਈਟਲ ਬਾਰ ਵਿੱਚ ਫਾਈਲ ਦਾ ਨਾਮ ਅਤੇ ਪ੍ਰੋਗਰਾਮ ਦਾ ਨਾਮ ਵੀ ਨਜ਼ਰ ਆਉਂਦਾ ਹੈ। ਟਾਈਟਲ ਬਾਰ ਦੇ ਹੇਠਲੇ ਪਾਸੇ ਵੱਖ-ਵੱਖ ਟੈਬਸ ਨਜ਼ਰ ਆਉਂਦੇ ਹਨ। ਇਹਨਾਂ ਟੈਬਸ ਤੋਂ ਪਹਿਲਾਂ ਫਾਈਲ ਬਟਨ ਲੱਗਿਆ ਹੁੰਦਾ ਹੈ ਜਿਸ ਉੱਪਰ ਕਲਿੱਕ ਕਰਕੇ ਫਾਈਲ ਮੈਨੂ ਓਪਨ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਟੈਬ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਟੈਬ ਨਾਲ ਸੰਬੰਧਿਤ ਰਿਬਨ ਓਪਨ ਹੋ ਜਾਵੇਗਾ। ਇਹ ਪੱਟੀ ਜੋ ਟੈਬਸ ਦੇ ਹੇਠਾਂ ਨਜ਼ਰ ਆ ਰਹੀ ਹੈ, ਇਸ ਨੂੰ ਰਿਬਨ ਕਿਹਾ ਜਾਂਦਾ ਹੈ। ਰਿਬਨ ਵਿੱਚ ਸੰਬੰਧਿਤ ਟੈਬ ਅਨੁਸਾਰ ਵੱਖ-ਵੱਖ ਕਮਾਂਡਸ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਹਰ ਇੱਕ ਗਰੁੱਪ ਦਾ ਇੱਕ ਨਾਮ ਹੋਵੇਗਾ ਜੋ ਉਸ ਗਰੁੱਪ ਦੇ ਹੇਠਲੇ ਪਾਸੇ ਨਜ਼ਰ ਆਵੇਗਾ। ਜਿਸ ਤਰ੍ਹਾਂ ਕਿ ਇਸ ਚਿੱਤਰ ਵਿੱਚ ਫੌਂਟ ਗਰੁੱਪ ਨੂੰ ਦਰਸਾਇਆ ਗਿਆ ਹੈ ਜੋ ਕਿ ਹੋਮ ਟੈਬ ਰਿਬਨ ਦਾ ਹਿੱਸਾ ਹੈ। ਰਿਬਨ ਟੈਬ ਦੇ ਨਿਚਲੇ ਪਾਸੇ ਇੱਕ ਖਾਲੀ ਏਰੀਆ ਹੁੰਦਾ ਹੈ ਜਿਸ ਨੂੰ ਟੈਕਸਟ ਏਰੀਆ ਕਿਹਾ ਜਾਂਦਾ ਹੈ, ਜਿਸ ਵਿੱਚ ਅਸੀਂ ਆਪਣੇ ਡਾਕੂਮੈਂਟ ਨੂੰ ਤਿਆਰ ਕਰ ਸਕਦੇ ਹਾਂ। ਇਸ ਵਿੱਚ ਇੱਕ ਟਿਮਟਿਮਾਉਣ ਦੀ ਡੰਡੀ ਵੀ ਨਜ਼ਰ ਆਵੇਗੀ ਜਿਸ ਨੂੰ ਕਰਸਰ ਕਿਹਾ ਜਾਂਦਾ ਹੈ। ਡਾਕੂਮੈਂਟ ਵਿੱਚ ਜਿਸ ਜਗ੍ਹਾ ਉੱਪਰ ਕਰਸਰ ਹੁੰਦਾ ਹੈ ਉਸ ਜਗ੍ਹਾ ਉੱਪਰ ਹੀ ਸਾਡਾ ਟੈਕਸਟ ਟਾਈਪ ਹੋਵੇਗਾ। ਡਾਕੂਮੈਂਟ ਨੂੰ ਉੱਪਰ ਨੀਚੇ ਸਰਕਾਉਣ ਲਈ ਖੜਵੇਂ ਸਕਰੋਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਡਾਕੂਮੈਂਟ ਨੂੰ ਖੱਬੇ ਸੱਜੇ ਸਰਕਾਉਣ ਲਈ ਲੇਟਵੇਂ ਸਕਰੋਲ ਬਾਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਵਰਡ ਵਿੰਡੋ ਦੇ ਸਭ ਤੋਂ ਨਿਚਲੇ ਪਾਸੇ ਸਟੇਟਸ ਬਾਰ ਮੌਜੂਦ ਹੁੰਦੀ ਹੈ ਜਿਸ ਵਿੱਚ ਡਾਕੂਮੈਂਟ ਸੰਬੰਧੀ ਵੱਖ-ਵੱਖ ਕਿਸਮਾਂ ਦੀ ਜਾਣਕਾਰੀ ਦਰਸਾਈ ਗਈ ਹੁੰਦੀ ਹੈ, ਜਿਵੇਂ ਕਿ ਪੇਜ ਨੰਬਰ, ਸ਼ਬਦਾਂ ਦੀ ਗਿਣਤੀ ਆਦਿ। ਇਸ ਤੋਂ ਇਲਾਵਾ ਸਟੇਟਸ ਬਾਰ ਦੇ ਸੱਜੇ ਪਾਸੇ ਡਾਕੂਮੈਂਟ ਵਿਊ ਅਤੇ ਜ਼ੂਮ ਇਨ ਜਾਂ ਜ਼ੂਮ ਆਊਟ ਆਪਸ਼ਨਾਂ ਵੀ ਮੌਜੂਦ ਹੁੰਦੀਆਂ ਹਨ। ਫਾਰਮੈਟਿੰਗ ਕੀ ਹੈ
आओ इस संबंधी जानकारी हासिल करते हैं। MS वर्ड विच ਫਾਰਮੈਟਿੰਗ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਅਸੀਂ ਟੈਕਸਟ ਜਾਂ ਕਿਸੇ ਆਬਜੈਕਟ ਦੀ ਦਿੱਖ ਵਿੱਚ ਬਦਲਾਵ ਕਰ ਸਕਦੇ ਹਾਂ। ਵਰਡ ਵਿੱਚ ਟੈਕਸਟ ਨੂੰ ਫਾਰਮੈਟ ਕਰਨ ਲਈ ਅਕਸਰ ਹੋਮ ਟੈਬ ਵਿੱਚ ਮੌਜੂਦ ਆਪਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੇਠਾਂ ਚਿੱਤਰ ਵਿੱਚ ਵੱਖ-ਵੱਖ ਫਾਰਮੈਟਿੰਗ ਆਪਸ਼ਨਸ ਨੂੰ ਦਰਸਾਇਆ ਗਿਆ ਹੈ। ਫਾਰਮੈਟਿੰਗ ਨਾਲ ਸੰਬੰਧਿਤ ਜ਼ਿਆਦਾਤਰ ਆਪਸ਼ਨ ਹੋਮ ਟੈਬ ਦੇ ਫੌਂਟ ਗਰੁੱਪ ਜਾਂ ਪੈਰਾਗ੍ਰਾਫ ਗਰੁੱਪ ਵਿੱਚ ਮੌਜੂਦ ਹੁੰਦੀਆਂ ਹਨ। ਆਓ ਸਭ ਤੋਂ ਪਹਿਲਾਂ MS ਵਰਡ ਵਿੱਚ ਟੈਕਸਟ ਨੂੰ ਸਿਲੈਕਟ ਕਰਨ ਦੇ ਤਰੀਕੇ ਦੇਖਦੇ ਹਾਂ। ਟੈਕਸਟ ਸਿਲੈਕਸ਼ਨ ਕੀ ਹੁੰਦਾ ਹੈ? ਅਸੀਂ ਟੈਕਸਟ ਨੂੰ ਸਿਲੈਕਟ ਕਿਉਂ ਕਰਦੇ ਹਾਂ? ਆਓ ਸਭ ਤੋਂ ਪਹਿਲਾਂ ਇਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਡਾਕੂਮੈਂਟ ਵਿੱਚ ਫਾਰਮੈਟਿੰਗ ਦਾ ਕੰਮ ਕਿਸ ਚੀਜ਼ ਉੱਪਰ ਕੀਤਾ ਜਾਵੇਗਾ, ਇਹ ਦੱਸਣ ਲਈ ਸਾਨੂੰ ਉਸ ਟੈਕਸਟ ਜਾਂ ਆਬਜੈਕਟ ਨੂੰ ਸਿਲੈਕਟ ਕਰਨਾ ਪੈਂਦਾ ਹੈ। ਉਸ ਸਿਲੈਕਸ਼ਨ ਤੋਂ ਹੀ ਕੰਪਿਊਟਰ ਨੂੰ ਪਤਾ ਚੱਲੇਗਾ ਕਿ ਅਸੀਂ ਜੋ ਫਾਰਮੈਟਿੰਗ ਦਾ ਕੰਮ ਕਰਨਾ ਹੈ ਉਹ ਕਿਸ ਚੀਜ਼ ਉੱਪਰ ਕਰਨਾ ਹੈ। ਆਓ ਟੈਕਸਟ ਸਿਲੈਕਟ ਕਰਨ ਦੇ ਵੱਖ-ਵੱਖ ਤਰੀਕਿਆਂ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਟੈਕਸਟ ਸਿਲੈਕਟ ਕਰਨ ਦੇ ਵੱਖ-ਵੱਖ ਤਰੀਕੇ ਹਨ, ਜਿਵੇਂ ਕਿ ਮਾਊਸ ਦੀ ਵਰਤੋਂ ਨਾਲ ਟੈਕਸਟ ਨੂੰ ਸਿਲੈਕਟ ਕਰਨਾ, ਕੀਬੋਰਡ ਦੀ ਵਰਤੋਂ ਨਾਲ ਟੈਕਸਟ ਨੂੰ ਸਿਲੈਕਟ ਕਰਨਾ, ਜਾਂ ਮਾਊਸ ਅਤੇ ਕੀਬੋਰਡ ਦੋਹਾਂ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਸਿਲੈਕਟ ਕਰਨਾ। ਕਿਸੇ ਵੀ ਤਰੀਕੇ ਨਾਲ ਅਸੀਂ ਟੈਕਸਟ ਨੂੰ ਸਿਲੈਕਟ ਕਰ ਸਕਦੇ ਹਾਂ ਅਤੇ ਫਿਰ ਉਸ ਉੱਪਰ ਫਾਰਮੈਟਿੰਗ ਲਾਗੂ ਕਰ ਸਕਦੇ ਹਾਂ। ਆਓ ਸਭ ਤੋਂ ਪਹਿਲਾਂ ਮਾਊਸ ਨਾਲ ਕਿਸ ਤਰ੍ਹਾਂ ਅਸੀਂ ਟੈਕਸਟ ਨੂੰ ਸਿਲੈਕਟ ਕਰਾਂਗੇ ਉਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਮਾਊਸ ਦਾ ਕਲਿੱਕ ਅਤੇ ਡਰੈਗ ਕਰਦੇ ਹੋਏ ਕਿਸੇ ਵੀ ਟੈਕਸਟ ਨੂੰ ਸਿਲੈਕਟ ਕੀਤਾ ਜਾ ਸਕਦਾ ਹੈ। ਕਲਿੱਕ ਅਤੇ ਡਰੈਗ ਦਾ ਮਤਲਬ ਹੁੰਦਾ ਹੈ ਮਾਊਸ ਦਾ ਖੱਬਾ ਬਟਨ ਕਲਿੱਕ ਕਰਦੇ ਹੋਏ ਮਾਊਸ ਨੂੰ ਖਿੱਚਣਾ। ਇਸ ਆਪਰੇਸ਼ਨ ਨੂੰ ਕਲਿੱਕ ਅਤੇ ਡਰੈਗ ਕਿਹਾ ਜਾਂਦਾ ਹੈ। ਜਿਸ ਥਾਂ ਤੋਂ ਅਸੀਂ ਟੈਕਸਟ ਨੂੰ ਸਿਲੈਕਟ ਕਰਨਾ ਹੈ ਉੱਥੇ ਮਾਊਸ ਦਾ ਕਲਿੱਕ ਕਰਕੇ ਮਾਊਸ ਨੂੰ ਹੌਲੀ-ਹੌਲੀ ਉਸ ਦਿਸ਼ਾ ਵਿੱਚ ਖਿੱਚਿਆ ਜਾਂਦਾ ਹੈ ਜਿਸ ਦਿਸ਼ਾ ਵਿੱਚ ਅਸੀਂ ਟੈਕਸਟ ਨੂੰ ਸਿਲੈਕਟ ਕਰਨਾ ਹੈ। ਜਿੱਥੇ ਤੱਕ ਅਸੀਂ ਟੈਕਸਟ ਨੂੰ ਸਿਲੈਕਟ ਕਰਨਾ ਹੈ ਉੱਥੇ ਜਾ ਕੇ ਅਸੀਂ ਮਾਊਸ ਦਾ ਖੱਬਾ ਬਟਨ ਛੱਡ ਦੇਵਾਂਗੇ। ਇਸ ਤਰ੍ਹਾਂ ਟੈਕਸਟ ਸਿਲੈਕਟ ਹੋ ਜਾਵੇਗਾ। ਕਿਸੇ ਸ਼ਬਦ ਨੂੰ ਸਿਲੈਕਟ ਕਰਨ ਲਈ ਉਸ ਉੱਪਰ ਡਬਲ ਕਲਿੱਕ ਕਰਕੇ ਵੀ ਉਸ ਨੂੰ ਸਿਲੈਕਟ ਕੀਤਾ ਜਾ ਸਕਦਾ ਹੈ। ਜਿਸ ਸ਼ਬਦ ਉੱਪਰ ਵੀ ਡਬਲ ਕਲਿੱਕ ਕੀਤਾ ਜਾਵੇਗਾ ਉਹ ਸ਼ਬਦ ਆਪਣੇ ਆਪ ਸਿਲੈਕਟ ਹੋ ਜਾਵੇਗਾ। ਇਸੇ ਤਰ੍ਹਾਂ ਕਿਸੇ ਪੈਰਾਗ੍ਰਾਫ ਨੂੰ ਸਿਲੈਕਟ ਕਰਨ ਲਈ ਉਸ ਪੈਰਾਗ੍ਰਾਫ ਦੇ ਕਿਸੇ ਵੀ ਸ਼ਬਦ ਉੱਪਰ 3 ਵਾਰ ਕਲਿੱਕ ਕਰਨ ਨਾਲ ਉਹ ਪੈਰਾਗ੍ਰਾਫ ਸਿਲੈਕਟ ਹੋ ਜਾਵੇਗਾ। ਜੇਕਰ ਅਸੀਂ ਕੇਵਲ ਕੀਬੋਰਡ ਦੀ ਵਰਤੋਂ ਨਾਲ ਟੈਕਸਟ ਨੂੰ ਸਿਲੈਕਟ ਕਰਨਾ ਚਾਹੁੰਦੇ ਹਾਂ ਤਾਂ ਆਮ ਤੌਰ ਤੇ ਸ਼ਿਫਟ ਅਤੇ ਐਰੋ ਕੀਜ਼ ਦੀ ਵਰਤੋਂ ਨਾਲ ਅਸੀਂ ਟੈਕਸਟ ਨੂੰ ਸਿਲੈਕਟ ਕਰ ਸਕਦੇ ਹਾਂ। ਸ਼ਿਫਟ ਬਟਨ ਦਬਾ ਕੇ ਐਰੋ ਕੀਜ਼ ਨੂੰ ਉਸ ਦਿਸ਼ਾ ਵਿੱਚ ਮੂਵ ਕਰਨਾ ਹੈ ਜਿਸ ਦਿਸ਼ਾ ਵਿੱਚ ਅਸੀਂ ਟੈਕਸਟ ਨੂੰ ਸਿਲੈਕਟ ਕਰਨਾ ਚਾਹੁੰਦੇ ਹਾਂ। ਇਸੇ ਤਰ੍ਹਾਂ ਮਾਊਸ ਅਤੇ ਕੀਬੋਰਡ ਦੋਹਾਂ ਦੀ ਵਰਤੋਂ ਕਰਦੇ ਹੋਏ ਵੀ ਅਸੀਂ ਟੈਕਸਟ ਨੂੰ ਸਿਲੈਕਟ ਕਰ ਸਕਦੇ ਹਾਂ। ਜਿਵੇਂ ਕਿ ਜੇਕਰ ਅਸੀਂ ਡਾਕੂਮੈਂਟ ਵਿੱਚੋਂ ਕੋਈ ਸ਼ਬਦ ਸਿਲੈਕਟ ਕਰਨਾ ਹੈ ਤਾਂ ਕੀਬੋਰਡ ਤੋਂ ਕੰਟਰੋਲ ਬਟਨ ਪ੍ਰੈਸ ਕਰਨ ਤੋਂ ਬਾਅਦ ਉਹਨਾਂ ਸ਼ਬਦਾਂ ਉੱਪਰ ਡਬਲ ਕਲਿੱਕ ਕਰਦੇ ਰਹੋ ਜਿਨ੍ਹਾਂ ਨੂੰ ਅਸੀਂ ਸਿਲੈਕਟ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਦੋਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਟੈਕਸਟ ਨੂੰ ਸਿਲੈਕਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰੀਕੇ ਹਨ ਜਿਸ ਨਾਲ ਅਸੀਂ ਟੈਕਸਟ ਸਿਲੈਕਟ ਕਰ ਸਕਦੇ ਹਾਂ, ਪਰੰਤੂ ਇਹਨਾਂ ਸਾਰੇ ਤਰੀਕਿਆਂ ਸੰਬੰਧੀ ਅਸੀਂ ਇਸ ਲੈਕਚਰ ਵਿੱਚ ਡਿਸਕਸ਼ਨ ਨਹੀਂ ਕਰ ਸਕਦੇ ਕਿਉਂਕਿ ਲੈਕਚਰ ਦੀ ਲੈਂਥ ਬਹੁਤ ਲੰਬੀ ਚਲੀ ਜਾਵੇਗੀ। ਆਓ ਕੱਟ, ਕਾਪੀ ਅਤੇ ਪੇਸਟ ਕਮਾਂਡ ਸੰਬੰਧੀ ਜਾਣਕਾਰੀ ਹਾਸਲ ਕਰੀਏ। ਇਹਨਾਂ ਕਮਾਂਡਾਂ ਦੀ ਵਰਤੋਂ ਡਾਕੂਮੈਂਟ ਵਿੱਚ ਟੈਕਸਟ ਨੂੰ ਕਾਪੀ ਜਾਂ ਮੂਵ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਕਿਸੇ ਟੈਕਸਟ ਨੂੰ ਕਾਪੀ ਕਰਨਾ ਹੈ ਤਾਂ ਸਾਨੂੰ ਟੈਕਸਟ ਕਾਪੀ ਕਰਨ ਤੋਂ ਬਾਅਦ ਪੇਸਟ ਕਮਾਂਡ ਦੀ ਵਰਤੋਂ ਕਰਨੀ ਪੈਂਦੀ ਹੈ। ਟੈਕਸਟ ਨੂੰ ਕਾਪੀ ਕਰਨ ਲਈ ਪਹਿਲਾਂ ਉਸ ਨੂੰ ਸਿਲੈਕਟ ਕੀਤਾ ਜਾਵੇਗਾ, ਫਿਰ ਉਸ ਨੂੰ ਕਾਪੀ ਕੀਤਾ ਜਾਵੇਗਾ। ਕਾਪੀ ਕਰਨ ਲਈ Ctrl+C ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਿਰ ਜਿਸ ਥਾਂ ਉੱਪਰ ਉਸ ਟੈਕਸਟ ਦੀ ਕਾਪੀ ਰੱਖਣਾ ਚਾਹੁੰਦੇ ਹਾਂ ਉੱਥੇ ਜਾ ਕੇ ਅਸੀਂ ਪੇਸਟ ਕਰਾਂਗੇ। ਪੇਸਟ ਕਰਨ ਲਈ Ctrl+V ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਮ ਟੈਬ ਦੇ
ਕਲਿੱਪਬੋਰਡ ਗਰੁੱਪ ਵਿੱਚ ਵੀ ਇਹ ਕਮਾਂਡਸ ਮੌਜੂਦ ਹੁੰਦੀਆਂ ਹਨ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਜੇਕਰ ਕਿਸੇ ਟੈਕਸਟ ਨੂੰ ਇੱਕ ਥਾਂ ਤੋਂ ਦੂਜੀ ਥਾਂ ਮੂਵ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਟੈਕਸਟ ਕੱਟ ਕਰਨ ਤੋਂ ਬਾਅਦ ਪੇਸਟ ਕਮਾਂਡ ਵਰਤਣੀ ਪੈਂਦੀ ਹੈ। ਸਿਲੈਕਟ ਕੀਤੇ ਟੈਕਸਟ ਨੂੰ ਕੱਟ ਕਰਨ ਲਈ Ctrl+X ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਸੇ ਤਰ੍ਹਾਂ Ctrl+V ਸ਼ਾਰਟਕਟ ਕੀ ਦੀ ਵਰਤੋਂ ਕਰਦੇ ਹੋਏ ਅਸੀਂ ਕੱਟ ਕੀਤੇ ਟੈਕਸਟ ਨੂੰ ਪੇਸਟ ਕਰ ਸਕਦੇ ਹਾਂ। ਅਨਡੂ ਕਮਾਂਡ ਟੈਕਸਟ ਨੂੰ ਐਡਿਟ ਕਰਦੇ ਹੋਏ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਅਨਡੂ ਕਮਾਂਡ ਦੀ ਵਰਤੋਂ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਗਲਤੀ ਹੁੰਦੇ ਸਾਰ ਉਸ ਨੂੰ ਠੀਕ ਕਰਨ ਲਈ ਕੁਇਕ ਐਕਸੈਸ ਬਾਰ ਤੋਂ, ਜੋ ਕਿ ਟਾਈਟਲ ਬਾਰ ਦੇ ਖੱਬੇ ਪਾਸੇ ਮੌਜੂਦ ਹੁੰਦੀ ਹੈ, ਉਸ ਉੱਪਰ ਅਨਡੂ ਕਮਾਂਡ ਤੇ ਕਲਿੱਕ ਕਰੋ, ਜਿਵੇਂ ਕਿ ਉੱਪਰ ਚਿੱਤਰ ਵਿੱਚ ਦਿਖਾਇਆ ਗਿਆ ਹੈ। ਜਾਂ ਕੀਬੋਰਡ ਤੋਂ Ctrl+Z ਕੀ ਦੀ ਵਰਤੋਂ ਕਰਦੇ ਹੋਏ ਵੀ ਗਲਤੀ ਨੂੰ ਅਨਡੂ ਕੀਤਾ ਜਾ ਸਕਦਾ ਹੈ। ਫਾਰਮੈਟ ਪੇਂਟਰ ਇਹ ਇੱਕ ਬਹੁਤ ਹੀ ਮਹੱਤਵਪੂਰਨ ਟੂਲ ਹੈ, ਜਿਸ ਦੀ ਵਰਤੋਂ ਨਾਲ ਅਸੀਂ ਕਿਸੇ ਟੈਕਸਟ ਉੱਪਰ ਲਾਗੂ ਕੀਤੇ ਹੋਏ ਫਾਰਮੈਟ ਨੂੰ ਕਾਪੀ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਟੈਕਸਟ ਨੂੰ ਕਾਪੀ ਕਰਨ ਲਈ ਅਸੀਂ ਕਾਪੀ ਕਮਾਂਡ ਵਰਤੀ ਹੈ, ਉਸੇ ਤਰ੍ਹਾਂ ਟੈਕਸਟ ਉੱਪਰ ਲਾਗੂ ਕੀਤੇ ਗਏ ਫਾਰਮੈਟ ਨੂੰ ਕਾਪੀ ਕਰਨ ਲਈ ਅਸੀਂ ਫਾਰਮੈਟ ਪੇਂਟਰ ਦੀ ਵਰਤੋਂ ਕਰ ਸਕਦੇ ਹਾਂ। ਫਾਰਮੈਟ ਨੂੰ ਕਾਪੀ ਕਰਨ ਲਈ Ctrl+Shift+C ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਅਸੀਂ ਉਸ ਫਾਰਮੈਟਡ ਟੈਕਸਟ ਨੂੰ ਸਿਲੈਕਟ ਕਰਾਂਗੇ ਜਿਸ ਦੇ ਫਾਰਮੈਟ ਨੂੰ ਅਸੀਂ ਕਾਪੀ ਕਰਨਾ ਹੈ। ਫਾਰਮੈਟ ਨੂੰ ਕਾਪੀ ਕਰਨ ਤੋਂ ਬਾਅਦ ਕਿਸੇ ਵੀ ਹੋਰ ਟੈਕਸਟ ਉੱਪਰ ਉਸ ਫਾਰਮੈਟ ਨੂੰ ਲਾਗੂ ਕੀਤਾ ਜਾ ਸਕਦਾ ਹੈ, ਜਿਸ ਲਈ ਸਾਨੂੰ ਉਸ ਕਾਪੀ ਕੀਤੇ ਫਾਰਮੈਟ ਨੂੰ ਨਵੇਂ ਟੈਕਸਟ ਉੱਪਰ ਪੇਸਟ ਕਰਨਾ ਪਵੇਗਾ। ਫਾਰਮੈਟ ਨੂੰ ਪੇਸਟ ਕਰਨ ਲਈ Ctrl+Shift+V ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹੀ ਕੰਮ ਕਰਵਾਉਣ ਲਈ ਹੋਮ ਟੈਬ ਉੱਪਰ ਕਲਿੱਪਬੋਰਡ ਗਰੁੱਪ ਵਿੱਚ ਫਾਰਮੈਟ ਪੇਂਟਰ ਆਪਸ਼ਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਫੌਂਟ ਗਰੁੱਪ ਹੋਮ ਟੈਬ ਵਿੱਚ ਕਲਿੱਪਬੋਰਡ ਗਰੁੱਪ ਤੋਂ ਬਾਅਦ ਫੌਂਟ ਗਰੁੱਪ ਆਉਂਦਾ ਹੈ। ਹੋਮ ਟੈਬ ਦੇ ਫੌਂਟ ਗਰੁੱਪ ਦੀ ਮਦਦ ਨਾਲ ਅਸੀਂ ਟੈਕਸਟ ਦਾ ਫੌਂਟ ਸਟਾਈਲ, ਸਾਈਜ਼, ਕਲਰ ਅਤੇ ਹੋਰ ਬਹੁਤ ਸਾਰੇ ਤੱਤ ਬਦਲ ਸਕਦੇ ਹਾਂ। ਹੇਠਾਂ ਚਿੱਤਰ ਵਿੱਚ ਹੋਮ ਟੈਬ ਦੇ ਫੌਂਟ ਗਰੁੱਪ ਨੂੰ ਦਰਸਾਇਆ ਗਿਆ ਹੈ। ਇਹ ਫੌਂਟ ਗਰੁੱਪ ਦੀ ਫੌਂਟ ਆਪਸ਼ਨ ਹੈ, ਜਿਸ ਦੀ ਵਰਤੋਂ ਕਰਦੇ ਹੋਏ ਅਸੀਂ ਟੈਕਸਟ ਦੇ ਫੌਂਟ ਨੂੰ ਬਦਲ ਸਕਦੇ ਹਾਂ। ਇਹ ਫੌਂਟ ਸਾਈਜ਼ ਨੂੰ ਵੱਡਾ ਜਾਂ ਛੋਟਾ ਕਰਨ ਦੀਆਂ ਆਪਸ਼ਨਸ ਹਨ। ਇਹਨਾਂ ਦੀ ਵਰਤੋਂ ਕਰਦੇ ਹੋਏ ਸਿਲੈਕਟ ਕੀਤੇ ਟੈਕਸਟ ਦੇ ਫੌਂਟ ਦਾ ਸਾਈਜ਼ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਹ ਚੇਂਜ ਕੇਸ ਆਪਸ਼ਨ ਹੈ, ਜਿਸ ਸੰਬੰਧੀ ਅਸੀਂ ਇਸ ਵੀਡੀਓ ਲੈਕਚਰ ਵਿੱਚ ਕਾਫੀ ਡਿਟੇਲ ਵਿੱਚ ਡਿਸਕਸ ਕਰਾਂਗੇ। ਉਸ ਤੋਂ ਬਾਅਦ ਕਲੀਅਰ ਫਾਰਮੈਟਿੰਗ। ਇਹ ਮੁੱਖ ਫੌਂਟ ਸਟਾਈਲ ਹਨ, ਬੋਲਡ, ਇਟੈਲਿਕ ਅਤੇ ਅੰਡਰਲਾਈਨ। ਇਹ ਟੈਕਸਟ ਇਫੈਕਟ ਲਗਾਉਣ ਲਈ ਆਪਸ਼ਨ ਹੈ। ਇਹ ਟੈਕਸਟ ਨੂੰ ਹਾਈਲਾਈਟ ਕਰਨ ਵਾਲੀ ਆਪਸ਼ਨ ਹੈ। ਇਹ ਫੌਂਟਸ ਦਾ ਕਲਰ ਬਦਲਣ ਲਈ ਆਪਸ਼ਨ ਹੈ। ਇਹਨਾਂ ਵੱਖ-ਵੱਖ ਮੁੱਖ ਆਪਸ਼ਨ ਸੰਬੰਧੀ ਅਸੀਂ ਇਸ ਆਉਣ ਵਾਲੇ ਵੀਡੀਓ ਲੈਕਚਰ ਵਿੱਚ ਡਿਸਕਸ ਕਰਾਂਗੇ। ਆਓ ਸਭ ਤੋਂ ਪਹਿਲਾਂ ਤਿੰਨ ਮੁੱਖ ਫੌਂਟ ਸਟਾਈਲ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਤਿੰਨ ਮੁੱਖ ਫੌਂਟ ਸਟਾਈਲ ਹਨ, ਬੋਲਡ, ਇਟੈਲਿਕ ਅਤੇ ਅੰਡਰਲਾਈਨ। ਇਹ ਫੌਂਟ ਸਟਾਈਲ ਹੋਮ ਟੈਬ ਦੇ ਫੌਂਟ ਗਰੁੱਪ ਵਿੱਚ ਮੌਜੂਦ ਹੁੰਦੇ ਹਨ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਜਦੋਂ ਅਸੀਂ ਬੋਲਡ ਆਪਸ਼ਨ ਉੱਪਰ, ਜਿਸ ਨੂੰ B ਨਾਲ ਦਰਸਾਇਆ ਗਿਆ ਹੈ, ਉਸ ਉੱਪਰ ਕਲਿੱਕ ਕਰਦੇ ਹਾਂ ਤਾਂ ਸਿਲੈਕਟ ਕੀਤਾ ਟੈਕਸਟ ਬੋਲਡ ਹੋ ਜਾਵੇਗਾ, ਅਰਥਾਤ ਗੂੜਾ ਹੋ ਜਾਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਇਟੈਲਿਕ, ਜਿਸ ਨੂੰ I ਨਾਲ ਦਰਸਾਇਆ ਗਿਆ ਹੈ, ਉਸ ਉੱਪਰ ਕਲਿੱਕ ਕਰਾਂਗੇ ਤਾਂ ਸਿਲੈਕਟ ਕੀਤਾ ਟੈਕਸਟ ਇਟੈਲਿਕ ਭਾਵ ਤਿਰਛਾ ਹੋ ਜਾਵੇਗਾ। ਅੰਡਰਲਾਈਨ ਉੱਪਰ ਕਲਿੱਕ ਕਰਨ ਨਾਲ ਸਿਲੈਕਟ ਕੀਤੇ ਟੈਕਸਟ ਹੇਠਾਂ ਇੱਕ ਲਾਈਨ ਨਜ਼ਰ ਆਵੇਗੀ, ਜਿਵੇਂ ਕਿ ਇਸ ਉਦਾਹਰਣ ਵਿੱਚ ਦਰਸਾਇਆ ਗਿਆ ਹੈ। ਇਸ ਤਰ੍ਹਾਂ ਬੋਲਡ, ਇਟੈਲਿਕ ਅਤੇ ਅੰਡਰਲਾਈਨ ਆਪਸ਼ਨਾਂ ਦੀ ਵਰਤੋਂ ਕਰਦੇ ਹੋਏ ਅਸੀਂ ਕਿਸੇ ਵੀ ਟੈਕਸਟ ਨੂੰ ਗੂੜਾ, ਤਿਰਛਾ ਜਾਂ ਅੰਡਰਲਾਈਨ ਕਰ ਸਕਦੇ ਹਾਂ। ਜੇਕਰ ਅਸੀਂ ਇਹਨਾਂ ਫੌਂਟ ਸਟਾਈਲਜ਼ ਨੂੰ ਟੈਕਸਟ ਉੱਪਰੋਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਟੈਕਸਟ ਨੂੰ ਦੁਬਾਰਾ ਤੋਂ ਸਿਲੈਕਟ ਕਰਕੇ ਇਹਨਾਂ ਆਪਸ਼ਨਾਂ ਉੱਪਰ ਦੁਬਾਰਾ ਕਲਿੱਕ ਕਰਨ ਨਾਲ ਉਹ ਸਟਾਈਲ ਖਤਮ ਹੋ ਜਾਣਗੇ।
ਟੈਕਸਟ ਇਫੈਕਟ। ਟੈਕਸਟ ਇਫੈਕਟ ਵਿੱਚ ਆਊਟਲਾਈਨ, ਸ਼ੈਡੋ, ਰਿਫਲੈਕਸ਼ਨ ਅਤੇ ਗਲੋ ਆਪਸ਼ਨਸ ਮੌਜੂਦ ਹੁੰਦੀਆਂ ਹਨ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ। ਇਹ ਆਪਸ਼ਨ ਵੀ ਹੋਮ ਟੈਬ ਦੇ ਫੌਂਟ ਗਰੁੱਪ ਵਿੱਚ ਮੌਜੂਦ ਹੁੰਦੀ ਹੈ। ਜਦੋਂ ਅਸੀਂ ਟੈਕਸਟ ਇਫੈਕਟ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਵੱਖ-ਵੱਖ ਕਿਸਮਾਂ ਦੇ ਇਫੈਕਟ ਦਿਖਾਈ ਦੇਣਗੇ। ਜਿਸ ਤਰ੍ਹਾਂ ਦਾ ਇਫੈਕਟ ਅਸੀਂ ਸਿਲੈਕਟ ਕੀਤੇ ਟੈਕਸਟ ਉੱਪਰ ਲਗਾਉਣਾ ਚਾਹੁੰਦੇ ਹਾਂ, ਆਪਣੀ ਇੱਛਾ ਅਨੁਸਾਰ ਉਸ ਇਫੈਕਟ ਉੱਪਰ ਕਲਿੱਕ ਕਰਕੇ ਅਸੀਂ ਉਸ ਇਫੈਕਟ ਨੂੰ ਟੈਕਸਟ ਉੱਪਰ ਲਾਗੂ ਕਰ ਸਕਦੇ ਹਾਂ। ਆਓ ਹੁਣ ਟੈਕਸਟ ਇਫੈਕਟ ਲਾਗੂ ਕਰਨ ਦੇ ਸਟੈਪ ਦੇਖਦੇ ਹਾਂ। ਸਭ ਤੋਂ ਪਹਿਲਾਂ ਉਸ ਟੈਕਸਟ ਨੂੰ ਸਿਲੈਕਟ ਕਰੋ ਜਿਸ ਉੱਪਰ ਇਫੈਕਟ ਨੂੰ ਲਗਾਉਣਾ ਹੈ। ਫਿਰ ਹੋਮ ਟੈਬ ਦੇ ਫੌਂਟ ਗਰੁੱਪ ਵਿੱਚੋਂ ਟੈਕਸਟ ਇਫੈਕਟ ਆਪਸ਼ਨ ਤੇ ਕਲਿੱਕ ਕਰੋ। ਫਿਰ ਆਪਣੀ ਇੱਛਾ ਅਨੁਸਾਰ ਇਫੈਕਟ ਦੀ ਚੋਣ ਕਰੋ। ਟੈਕਸਟ ਇਫੈਕਟ ਨੂੰ ਹਟਾਉਣਾ। ਕਲੀਅਰ ਫਾਰਮੈਟ, ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਸ ਕਮਾਂਡ ਦੀ ਵਰਤੋਂ ਨਾਲ ਅਸੀਂ ਟੈਕਸਟ ਉੱਪਰ ਜੋ ਵੀ ਇਫੈਕਟ ਜਾਂ ਫਾਰਮੈਟਿੰਗ ਲਾਗੂ ਕੀਤੀ ਹੁੰਦੀ ਹੈ, ਇਸ ਕਮਾਂਡ ਨਾਲ ਅਸੀਂ ਟੈਕਸਟ ਉੱਪਰ ਜੋ ਵੀ ਫਾਰਮੈਟਿੰਗ ਜਾਂ ਇਫੈਕਟ ਲਾਗੂ ਕੀਤੇ ਹੁੰਦੇ ਹਨ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਫਾਰਮੈਟ ਜਾਂ ਇਫੈਕਟ ਖਤਮ ਕਰਨ ਨਾਲ ਟੈਕਸਟ ਉਸੇ ਤਰ੍ਹਾਂ ਰਹੇਗਾ, ਕੇਵਲ ਉਸ ਉੱਪਰ ਲਾਗੂ ਕੀਤੇ ਗਏ ਫਾਰਮੈਟ ਜਾਂ ਇਫੈਕਟ ਖਤਮ ਹੋ ਜਾਣਗੇ। ਜਿਵੇਂ ਕਿ ਹੈਲੋ, ਇਸ ਸ਼ਬਦ ਉੱਪਰ ਅਸੀਂ ਕੁਝ ਫਾਰਮੈਟਿੰਗ ਜਾਂ ਇਫੈਕਟ ਲਗਾਏ ਹੋਏ ਹਨ। ਜੇਕਰ ਇਸ ਸ਼ਬਦ ਨੂੰ ਸਿਲੈਕਟ ਕਰਨ ਉਪਰੰਤ ਅਸੀਂ ਕਲੀਅਰ ਫਾਰਮੈਟ ਉੱਪਰ ਕਲਿੱਕ ਕਰਾਂਗੇ ਤਾਂ ਉਸ ਉੱਪਰੋਂ ਸਾਰੇ ਫਾਰਮੈਟ ਖਤਮ ਹੋ ਜਾਣਗੇ ਜਾਂ ਉਸ ਉੱਪਰ ਲਗਾਏ ਗਏ ਸਾਰੇ ਇਫੈਕਟ ਖਤਮ ਹੋ ਜਾਣਗੇ ਅਤੇ ਸਾਨੂੰ ਸਿੰਪਲ ਟੈਕਸਟ ਇਸ ਤਰ੍ਹਾਂ ਬਿਨਾਂ ਫਾਰਮੈਟਿੰਗ ਦੇ ਦਿਖਾਈ ਦੇਵੇਗਾ। ਆਓ ਟੈਕਸਟ ਇਫੈਕਟ ਨੂੰ ਹਟਾਉਣ ਦੇ ਸਟੈਪ ਦੇਖਦੇ ਹਾਂ। ਸਭ ਤੋਂ ਪਹਿਲਾਂ ਉਸ ਟੈਕਸਟ ਨੂੰ ਸਿਲੈਕਟ ਕਰੋ ਜਿਸ ਉੱਪਰੋਂ ਇਫੈਕਟ ਨੂੰ ਹਟਾਉਣਾ ਹੈ। ਫਿਰ ਹੋਮ ਟੈਬ ਵਿੱਚ ਫੌਂਟ ਗਰੁੱਪ ਵਿੱਚੋਂ ਕਲੀਅਰ ਆਪਸ਼ਨ ਉੱਪਰ ਕਲਿੱਕ ਕਰਕੇ ਇਫੈਕਟ ਨੂੰ ਹਟਾਇਆ ਜਾ ਸਕਦਾ ਹੈ। ਟੈਕਸਟ ਹਾਈਲਾਈਟ ਕਰਨਾ। ਜੇਕਰ ਅਸੀਂ ਆਪਣੇ ਡਾਕੂਮੈਂਟ ਵਿੱਚ ਕਿਸੇ ਸ਼ਬਦ ਨੂੰ ਜਾਂ ਕਿਸੇ ਟੈਕਸਟ ਨੂੰ ਹਾਈਲਾਈਟ ਕਰਕੇ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਨੂੰ ਫੌਂਟ ਗਰੁੱਪ ਦੇ ਟੈਕਸਟ ਹਾਈਲਾਈਟ ਆਪਸ਼ਨ ਦੀ ਵਰਤੋਂ ਕਰਦੇ ਹੋਏ ਹਾਈਲਾਈਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਉਸ ਟੈਕਸਟ ਨੂੰ ਸਿਲੈਕਟ ਕਰਾਂਗੇ ਜਿਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ। ਫਿਰ ਫੌਂਟ ਗਰੁੱਪ ਵਿੱਚ ਇਸ ਟੈਕਸਟ ਹਾਈਲਾਈਟ ਕਲਰ ਆਪਸ਼ਨ ਦੀ ਵਰਤੋਂ ਕਰਦੇ ਹੋਏ ਜਿਸ ਰੰਗ ਨਾਲ ਵੀ ਅਸੀਂ ਟੈਕਸਟ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਉਸ ਉੱਪਰ ਕਲਿੱਕ ਕਰ ਦੇਵਾਂਗੇ। ਇਸ ਤਰ੍ਹਾਂ ਸਿਲੈਕਟ ਕੀਤਾ ਗਿਆ ਟੈਕਸਟ ਹਾਈਲਾਈਟ ਹੋ ਕੇ ਨਜ਼ਰ ਆਉਣ ਲੱਗ ਜਾਵੇਗਾ। ਆਓ ਹੁਣ ਫੌਂਟ ਗਰੁੱਪ ਦੇ ਚੇਂਜ ਕੇਸ ਆਪਸ਼ਨ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਕੇਸ ਕੀ ਹੁੰਦਾ ਹੈ ਉਸ ਸੰਬੰਧੀ ਜਾਣਕਾਰੀ ਹੋਣਾ ਲਾਜ਼ਮੀ ਹੈ। ਕੇਸ ਤੋਂ ਭਾਵ ਹੈ ਅੰਗਰੇਜ਼ੀ ਵਰਣਮਾਲਾ ਦੇ ਛੋਟੇ ਅੱਖਰ ਜਾਂ ਵੱਡੇ ਅੱਖਰ। ਚੇਂਜ ਕੇਸ ਆਪਸ਼ਨ ਦੀ ਮਦਦ ਨਾਲ ਅਸੀਂ MS ਵਰਡ ਵਿੱਚ ਅੰਗਰੇਜ਼ੀ ਵਰਣਮਾਲਾ ਦੇ ਅੱਖਰਾਂ ਦੇ ਕੇਸ ਨੂੰ 5 ਤਰੀਕਿਆਂ ਨਾਲ ਬਦਲ ਸਕਦੇ ਹਾਂ। ਇਹ ਤਰੀਕੇ ਹਨ ਸੈਂਟੈਂਸ ਕੇਸ, ਲੋਅਰ ਕੇਸ, ਅਪਰ ਕੇਸ, ਕੈਪੀਟਲਾਈਜ਼ ਈਚ ਵਰਡ, ਟੌਗਲ ਕੇਸ। ਆਓ ਇਹਨਾਂ 5 ਕੇਸਿਸ ਸੰਬੰਧੀ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਸੈਂਟੈਂਸ ਕੇਸ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਮੰਨ ਲਵੋ ਸਾਡੇ ਕੋਲ ਡਾਕੂਮੈਂਟ ਵਿੱਚ ਹੈਲੋ ਸਟੂਡੈਂਟਸ ਨਾਮ ਦਾ ਟੈਕਸਟ ਇਸ ਤਰ੍ਹਾਂ ਲਿਖਿਆ ਹੋਇਆ ਹੈ। ਇਸ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਜੇਕਰ ਅਸੀਂ ਚੇਂਜ ਕੇਸ ਦੀ ਸੈਂਟੈਂਸ ਕੇਸ ਆਪਸ਼ਨ ਉੱਪਰ ਕਲਿੱਕ ਕਰਦੇ ਹਾਂ ਤਾਂ ਉਸ ਨੇ ਇਸ ਸੈਂਟੈਂਸ ਦੇ ਕੇਵਲ ਪਹਿਲੇ ਕਰੈਕਟਰ ਦਾ ਕੇਸ ਬਦਲ ਦੇਣਾ ਹੈ, ਕਿਉਂਕਿ ਸੈਂਟੈਂਸ ਕੇਸ ਵਿੱਚ ਸੈਂਟੈਂਸ ਦੇ ਕੇਵਲ ਪਹਿਲੇ ਕਰੈਕਟਰ ਨੂੰ ਹੀ ਕੈਪੀਟਲ ਵਿੱਚ ਲਿਖਿਆ ਜਾਂਦਾ ਹੈ। ਇਸ ਲਈ ਸੈਂਟੈਂਸ ਕੇਸ ਸਿਲੈਕਟ ਕੀਤੇ ਟੈਕਸਟ ਵਿੱਚ ਕੇਵਲ ਪਹਿਲੇ ਕਰੈਕਟਰ ਨੂੰ ਕੈਪੀਟਲ ਕਰਕੇ ਬਾਕੀ ਸਾਰੇ ਕਰੈਕਟਰਸ ਨੂੰ ਸਮਾਲ ਲੈਟਰ ਵਿੱਚ ਕਨਵਰਟ ਕਰ ਦੇਵੇਗਾ। ਲੋਅਰ ਕੇਸ, ਜੇਕਰ ਸਾਡੇ ਕੋਲ ਟੈਕਸਟ ਵਿੱਚ ਕੈਪੀਟਲ ਲੈਟਰ ਲਿਖੇ ਹੋਏ ਹਨ ਅਤੇ ਅਸੀਂ ਉਸ ਨੂੰ ਅੰਗਰੇਜ਼ੀ ਵਰਣਮਾਲਾ ਦੇ ਛੋਟੇ ਅੱਖਰਾਂ ਵਿੱਚ ਭਾਵ ਸਮਾਲ ਲੈਟਰਸ ਵਿੱਚ ਕਨਵਰਟ ਕਰਨਾ ਹੈ ਤਾਂ ਅਸੀਂ ਚੇਂਜ ਕੇਸ ਦੀ ਲੋਅਰ ਕੇਸ ਆਪਸ਼ਨ ਦੀ ਵਰਤੋਂ ਕਰਾਂਗੇ, ਜਿਵੇਂ ਕਿ ਇਸ ਉਦਾਹਰਣ ਵਿੱਚ ਦਿੱਤਾ ਗਿਆ ਹੈ। ਇਸ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਲੋਅਰ ਕੇਸ ਆਪਸ਼ਨ ਦੀ ਸਹਾਇਤਾ ਨਾਲ ਅਸੀਂ ਸਾਰੇ ਅੱਖਰਾਂ ਨੂੰ ਇਸ ਤਰ੍ਹਾਂ ਸਮਾਲ ਲੈਟਰਸ ਵਿੱਚ ਕਨਵਰਟ ਕਰ ਸਕਦੇ ਹਾਂ। ਅਪਰ ਕੇਸ,
ਇਸ ਦੀ ਵਰਤੋਂ ਨਾਲ ਅਸੀਂ ਸਿਲੈਕਟ ਕੀਤੇ ਗਏ ਟੈਕਸਟ ਦੇ ਸਾਰੇ ਅੱਖਰਾਂ ਨੂੰ ਕੈਪੀਟਲ ਲੈਟਰ ਵਿੱਚ ਕਨਵਰਟ ਕਰ ਸਕਦੇ ਹਾਂ, ਜਿਵੇਂ ਕਿ ਇਸ ਉਦਾਹਰਣ ਵਿੱਚ ਦਿਖਾਇਆ ਗਿਆ ਹੈ। ਇਸ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਚੇਂਜ ਕੇਸ ਦੀ ਸਹਾਇਤਾ ਨਾਲ ਇਸ ਤਰ੍ਹਾਂ ਸਾਰੇ ਲੈਟਰਸ ਨੂੰ ਕੈਪੀਟਲ ਲੈਟਰ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਕੈਪੀਟਲਾਈਜ਼ ਈਚ ਵਰਡ, ਜੇਕਰ ਅਸੀਂ ਸਿਲੈਕਟ ਕੀਤੇ ਹੋਏ ਟੈਕਸਟ ਦੇ ਹਰੇਕ ਸ਼ਬਦ ਦੇ ਪਹਿਲੇ ਕਰੈਕਟਰ ਨੂੰ ਕੈਪੀਟਲਾਈਜ਼ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਆਪਸ਼ਨ ਦੀ ਵਰਤੋਂ ਕਰਾਂਗੇ, ਜਿਵੇਂ ਕਿ ਇਸ ਉਦਾਹਰਣ ਵਿੱਚ ਦਿੱਤਾ ਗਿਆ ਹੈ। ਇਹਨਾਂ ਦੋਵੇਂ ਸ਼ਬਦਾਂ ਨੂੰ ਸਿਲੈਕਟ ਕਰਨ ਤੋਂ ਬਾਅਦ ਜੇਕਰ ਅਸੀਂ ਕੈਪੀਟਲਾਈਜ਼ ਈਚ ਵਰਡ ਆਪਸ਼ਨ ਦੀ ਵਰਤੋਂ ਕਰਾਂਗੇ ਤਾਂ ਇਸ ਆਪਸ਼ਨ ਨੇ ਹਰੇਕ ਸ਼ਬਦ ਦੇ ਪਹਿਲੇ ਕਰੈਕਟਰ ਨੂੰ ਕੈਪੀਟਲ ਕਰੈਕਟਰ ਵਿੱਚ ਕਨਵਰਟ ਕਰ ਦੇਣਾ ਹੈ, ਜਿਵੇਂ ਕਿ ਇਸ ਉਦਾਹਰਣ ਵਿੱਚ ਦਿਖਾਇਆ ਗਿਆ ਹੈ। ਇਸ ਵਿੱਚ ਹੈਲੋ ਦਾ H ਕੈਪੀਟਲਾਈਜ਼ ਕਰ ਦਿੱਤਾ ਗਿਆ ਅਤੇ ਸਟੂਡੈਂਟਸ ਦਾ S ਕਰੈਕਟਰ ਕੈਪੀਟਲਾਈਜ਼ ਕਰ ਦਿੱਤਾ ਗਿਆ ਹੈ। ਟੌਗਲ ਕੇਸ, ਇਸ ਆਪਸ਼ਨ ਦੀ ਵਰਤੋਂ ਨਾਲ ਅਸੀਂ ਸਮਾਲ ਲੈਟਰ ਨੂੰ ਕੈਪੀਟਲ ਲੈਟਰਸ ਵਿੱਚ ਅਤੇ ਕੈਪੀਟਲ ਲੈਟਰਸ ਨੂੰ ਸਮਾਲ ਲੈਟਰਸ ਵਿੱਚ ਕਨਵਰਟ ਕਰ ਸਕਦੇ ਹਾਂ। ਜਿੱਥੇ ਇੱਥੇ ਕੈਪੀਟਲ ਲੈਟਰਸ ਦੀ ਵਰਤੋਂ ਕੀਤੀ ਗਈ ਸੀ ਉੱਥੇ ਉਸ ਕਰੈਕਟਰ ਨੂੰ ਸਮਾਲ ਲੈਟਰ ਵਿੱਚ ਕਨਵਰਟ ਕਰ ਦਿੱਤਾ ਗਿਆ, ਔਰ ਜਿੱਥੇ ਸਮਾਲ ਲੈਟਰਸ ਦੀ ਵਰਤੋਂ ਕੀਤੀ ਗਈ ਸੀ ਉਹਨਾਂ ਨੂੰ ਕੈਪੀਟਲ ਲੈਟਰਸ ਵਿੱਚ ਕਨਵਰਟ ਕਰ ਦਿੱਤਾ ਗਿਆ। ਤਾਂ ਟੌਗਲ ਕੇਸ ਦੀ ਵਰਤੋਂ ਨਾਲ ਅਸੀਂ ਸਮਾਲ ਨੂੰ ਕੈਪੀਟਲ ਅਤੇ ਕੈਪੀਟਲ ਲੈਟਰਸ ਨੂੰ ਸਮਾਲ ਲੈਟਰਸ ਵਿੱਚ ਤਬਦੀਲ ਕਰ ਸਕਦੇ ਹਾਂ। ਆਓ ਬੁਲੇਟ ਜਾਂ ਨੰਬਰਿੰਗ ਸੈੱਟ ਕਰਨ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਟੈਕਸਟ ਦੀਆਂ ਲਿਸਟਾਂ ਬਣਾਉਣ ਲਈ ਬੁਲੇਟ ਅਤੇ ਨੰਬਰਿੰਗ ਆਪਸ਼ਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਮ ਕਰਵਾਉਣ ਲਈ ਹੋਮ ਟੈਬ ਦੇ ਪੈਰਾਗ੍ਰਾਫ ਗਰੁੱਪ ਵਿੱਚ ਦੋ ਆਪਸ਼ਨਸ ਮੌਜੂਦ ਹੁੰਦੀਆਂ ਹਨ। ਇਹ ਪਹਿਲੀ ਆਪਸ਼ਨ ਬੁਲੇਟ ਸੈੱਟ ਕਰਨ ਲਈ ਹੈ ਅਤੇ ਇਹ ਦੂਸਰੀ ਆਪਸ਼ਨ ਨੰਬਰਿੰਗ ਸੈੱਟ ਕਰਨ ਲਈ ਹੈ। ਜਦੋਂ ਅਸੀਂ ਬੁਲੇਟਸ ਤੋਂ ਬਾਅਦ ਇਸ ਐਰੋ ਉੱਪਰ ਕਲਿੱਕ ਕਰਦੇ ਹਾਂ ਤਾਂ ਇਸ ਤਰ੍ਹਾਂ ਬੁਲੇਟ ਲਾਇਬ੍ਰੇਰੀ ਖੁੱਲ੍ਹ ਜਾਵੇਗੀ। ਅਸੀਂ ਆਪਣੀ ਇੱਛਾ ਅਨੁਸਾਰ ਕਿਸੇ ਵੀ ਖਾਸ ਚਿੰਨ੍ਹ ਦੀ ਵਰਤੋਂ ਬੁਲੇਟ ਦੇ ਤੌਰ ਤੇ ਸੈੱਟ ਕਰਨ ਲਈ ਕਰ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਅਸੀਂ ਨੰਬਰਿੰਗ ਦੇ ਇਸ ਐਰੋ ਉੱਪਰ ਕਲਿੱਕ ਕਰਾਂਗੇ ਤਾਂ ਇਸ ਦੀ ਨੰਬਰਿੰਗ ਲਾਇਬ੍ਰੇਰੀ ਖੁੱਲ੍ਹ ਜਾਵੇਗੀ, ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ। ਜਿਸ ਤਰ੍ਹਾਂ ਦੀ ਨੰਬਰਿੰਗ ਅਸੀਂ ਟੈਕਸਟ ਉੱਪਰ ਲਾਗੂ ਕਰਨਾ ਚਾਹੁੰਦੇ ਹਾਂ ਉਸ ਤਰ੍ਹਾਂ ਦੇ ਆਪਸ਼ਨ ਉੱਪਰ ਕਲਿੱਕ ਕਰਕੇ ਅਸੀਂ ਸਿਲੈਕਟ ਕੀਤੇ ਗਏ ਟੈਕਸਟ ਉੱਪਰ ਨੰਬਰਿੰਗ ਲਗਾ ਸਕਦੇ ਹਾਂ। ਆਓ ਸਭ ਤੋਂ ਪਹਿਲਾਂ ਬੁਲੇਟ ਸੈੱਟ ਕਰਨ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਮੰਨ ਲਵੋ ਸਾਡੇ ਕੋਲ ਇਹ ਕੁਝ ਪ੍ਰੋਗਰਾਮਾਂ ਦੀ ਲਿਸਟ ਬਣੀ ਹੋਈ ਹੈ। ਅਸੀਂ ਇਸ ਸੂਚੀ ਅੱਗੇ, ਇਸ ਲਿਸਟ ਅੱਗੇ ਬੁਲੇਟਸ ਲਗਾ ਕੇ ਇਸ ਨੂੰ ਸੈੱਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਲਿਸਟ ਨੂੰ ਸਿਲੈਕਟ ਕਰ ਲਵਾਂਗੇ। ਫਿਰ ਹੋਮ ਟੈਬ ਦੇ ਪੈਰਾਗ੍ਰਾਫ ਗਰੁੱਪ ਵਿੱਚ ਬੁਲੇਟਸ ਦੇ ਨਾਲ ਇਸ ਐਰੋ ਉੱਪਰ ਕਲਿੱਕ ਕਰਾਂਗੇ, ਜਿਸ ਨਾਲ ਬੁਲੇਟ ਲਾਇਬ੍ਰੇਰੀ ਓਪਨ ਹੋ ਜਾਵੇਗੀ। ਇਸ ਲਾਇਬ੍ਰੇਰੀ ਵਿੱਚੋਂ ਬੁਲੇਟ ਦੇ ਤੌਰ ਤੇ ਜਿਸ ਚਿੰਨ੍ਹ ਨੂੰ, ਜਿਸ ਸਿੰਬਲ ਨੂੰ ਤੁਸੀਂ ਵਰਤਣਾ ਚਾਹੁੰਦੇ ਹੋ ਉਸ ਉੱਪਰ ਕਲਿੱਕ ਕਰਕੇ ਤੁਸੀਂ ਸਿਲੈਕਟ ਕੀਤੇ ਗਏ ਟੈਕਸਟ ਉੱਪਰ ਉਹ ਬੁਲੇਟ ਸੈਟਿੰਗ ਕਰ ਸਕਦੇ ਹੋ। ਉਦਾਹਰਣ ਲਈ ਜੇਕਰ ਅਸੀਂ ਇਸ ਬੁਲੇਟ ਉੱਪਰ ਕਲਿੱਕ ਕਰਾਂਗੇ ਤਾਂ ਸਿਲੈਕਟ ਕੀਤਾ ਗਿਆ ਟੈਕਸਟ ਇਸ ਤਰ੍ਹਾਂ ਬੁਲੇਟਡ ਫਾਰਮ 'ਚ ਸਾਨੂੰ ਨਜ਼ਰ ਆਵੇਗਾ। ਨੰਬਰਿੰਗ ਸੈੱਟ ਕਰਨਾ, ਜੇਕਰ ਅਸੀਂ ਇਸ ਲਿਸਟ ਉੱਪਰ ਬੁਲੇਟ ਦੀ ਥਾਂ ਤੇ ਨੰਬਰਸ ਸੈੱਟ ਕਰਨੇ ਹਨ ਤਾਂ ਅਸੀਂ ਨੰਬਰਿੰਗ ਆਪਸ਼ਨ ਦੀ ਵਰਤੋਂ ਕਰਦੇ ਹੋਏ ਇਹ ਕੰਮ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਲਿਸਟ ਨੂੰ ਸਿਲੈਕਟ ਕਰਾਂਗੇ, ਫਿਰ ਨੰਬਰਿੰਗ ਦੇ ਨਾਲ ਜੋ ਐਰੋ ਹੈ ਉਸ ਉੱਪਰ ਕਲਿੱਕ ਕਰਾਂਗੇ, ਜਿਸ ਨਾਲ ਨੰਬਰਿੰਗ ਲਾਇਬ੍ਰੇਰੀ ਖੁੱਲ੍ਹ ਜਾਵੇਗੀ। ਮੰਨ ਲਵੋ ਅਸੀਂ ਇਸ ਤਰ੍ਹਾਂ ਦੀ ਨੰਬਰਿੰਗ ਸੈੱਟ ਕਰਨਾ ਚਾਹੁੰਦੇ ਹਾਂ। ਇਸ ਆਪਸ਼ਨ ਉੱਪਰ ਕਲਿੱਕ ਕਰਨ ਨਾਲ ਸਿਲੈਕਟ ਕੀਤੀ ਗਈ ਲਿਸਟ ਇਸ ਤਰ੍ਹਾਂ ਨੰਬਰਡ ਲਿਸਟ ਵਿੱਚ ਤਬਦੀਲ ਹੋ ਜਾਵੇਗੀ। ਆਓ ਹੁਣ ਹੋਮ ਟੈਬ ਦੇ ਪੈਰਾਗ੍ਰਾਫ ਗਰੁੱਪ ਵਿੱਚ ਮੌਜੂਦ ਅਲਾਈਨਮੈਂਟਸ ਆਪਸ਼ਨ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ, ਹੋਮ ਟੈਬ ਦੇ ਪੈਰਾਗ੍ਰਾਫ ਗਰੁੱਪ ਵਿੱਚ ਇਹ ਚਾਰ ਆਪਸ਼ਨਸ ਅਲਾਈਨਮੈਂਟਸ ਨੂੰ ਦਰਸਾ ਰਹੀਆਂ ਹਨ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਅਲਾਈਨਮੈਂਟ ਕੀ ਹੁੰਦੀ ਹੈ। ਅਲਾਈਨਮੈਂਟ ਤੋਂ ਭਾਵ ਹੈ ਲੇਟਵੀਂ ਦਿਸ਼ਾ ਵਿੱਚ ਟਾਈਪ ਕੀਤੇ ਗਏ ਟੈਕਸਟ ਦੀ ਪੋਜੀਸ਼ਨ ਨੂੰ ਸੈੱਟ ਕਰਨਾ। ਟੈਕਸਟ ਦੀ ਅਲਾਈਨਮੈਂਟ ਸੈੱਟ ਕਰਨ ਲਈ ਅਸੀਂ ਇਹਨਾਂ ਚਾਰ ਅਲਾਈਨਮੈਂਟ ਕਿਸਮਾਂ ਦੀ ਵਰਤੋਂ ਕਰ ਸਕਦੇ ਹਾਂ। ਸਭ ਤੋਂ ਪਹਿਲੀ ਅਲਾਈਨਮੈਂਟ ਹੈ ਲੈਫਟ ਅਲਾਈਨ, ਜਿਸ ਦੀ ਸ਼ਾਰਟਕਟ ਕੀ Ctrl+L ਹੈ। ਫਿਰ ਹੈ ਸੈਂਟਰ ਅਲਾਈਨ,
जिस दी शॉर्टकट की Ctrl+E है। फिर है राइट अलाइन जिसकी शॉर्टकट की Ctrl+R है। फिर है जस्टिफाई जिसकी शॉर्टकट की Ctrl+G है। आओ हुण इन्हां ਵੱਖ-ਵੱਖ ਅਲਾਈਨਮੈਂਟਸ ਦੇ ਕੰਮ ਉਦਾਹਰਨਾਂ ਸਹਿਤ ਸਮਝਦੇ ਹਾਂ। ਸਭ ਤੋਂ ਪਹਿਲਾਂ ਲੈਫਟ ਅਲਾਈਨਮੈਂਟ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। ਅਲਾਈਨਮੈਂਟ ਦੀਆਂ ਇਨ੍ਹਾਂ ਚਾਰੇ ਆਪਸ਼ਨਾਂ ਵਿੱਚੋਂ ਸਭ ਤੋਂ ਪਹਿਲੀ ਆਪਸ਼ਨ ਲੈਫਟ ਅਲਾਈਨਮੈਂਟ ਦੀ ਹੁੰਦੀ ਹੈ। ਜੇਕਰ ਸਾਡੇ ਕੋਲ ਕਿਸੇ ਪੈਰੇ ਦਾ ਟੈਕਸਟ ਜਾਂ ਕਿਸੇ ਲਾਈਨ ਦਾ ਟੈਕਸਟ ਇਸ ਤਰ੍ਹਾਂ ਸੈਂਟਰ ਜਾਂ ਸੱਜੇ ਪਾਸੇ ਵੱਲ ਹੈ ਤਾਂ ਅਸੀਂ ਲੈਫਟ ਅਲਾਈਨ ਦੀ ਵਰਤੋਂ ਕਰਦੇ ਹੋਏ ਉਸ ਪੈਰੇ ਨੂੰ ਇਸ ਤਰ੍ਹਾਂ ਇਸ ਚਿੱਤਰ ਵਿੱਚ ਦਿਖਾਏ ਅਨੁਸਾਰ ਖੱਬੇ ਪਾਸੇ ਅਲਾਈਨ ਕਰ ਸਕਦੇ ਹਾਂ, ਸੈੱਟ ਕਰ ਸਕਦੇ ਹਾਂ। ਇਸ ਪੈਰੇ ਵਿੱਚ ਹਰੇਕ ਲਾਈਨ ਦੀ ਅਲਾਈਨਮੈਂਟ ਸੈਂਟਰ ਵਿੱਚ ਸੀ, ਪਰੰਤੂ ਜਦੋਂ ਅਸੀਂ ਇਸ ਪੈਰੇ ਉੱਪਰ ਲੈਫਟ ਅਲਾਈਨਮੈਂਟ ਸੈੱਟ ਕਰਾਂਗੇ ਤਾਂ ਉਸ ਦੀਆਂ ਸਾਰੀਆਂ ਲਾਈਨਾਂ ਲੈਫਟ ਸਾਈਡ ਵੱਲ ਅਲਾਈਨ ਹੋ ਜਾਣਗੀਆਂ। ਸੈਂਟਰ ਅਲਾਈਨਮੈਂਟ दूसरी ऑप्शन सेंटर अलाइनमेंट ਨੂੰ ਦਰਸਾ ਰਹੀ ਹੈ। ਉਦਾਹਰਨ ਲਈ ਸਾਡੇ ਕੋਲ ਇਹ ਪੈਰਾ ਜਿਸ ਦੀ ਅਲਾਈਨਮੈਂਟ ਲੈਫਟ ਪਾਸੇ ਵੱਲ ਸੈੱਟ ਹੋਈ ਹੈ। ਜੇਕਰ ਅਸੀਂ ਇਸ ਪੈਰੇ ਦੀਆਂ ਸਾਰੀਆਂ ਲਾਈਨਾਂ ਸੈਂਟਰ ਵਿੱਚ ਅਲਾਈਨ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਪੈਰੇ ਨੂੰ ਸਿਲੈਕਟ ਕਰਕੇ ਜਾਂ ਪੈਰੇ ਉੱਪਰ ਕਰਸਰ ਲਿਆ ਕੇ ਸੈਂਟਰ ਅਲਾਈਨਮੈਂਟ ਉੱਪਰ ਕਲਿੱਕ ਕਰਦੇ ਹੋਏ ਪੈਰੇ ਦੀ ਅਲਾਈਨਮੈਂਟ ਸੈਂਟਰ ਵਿੱਚ ਸੈੱਟ ਕਰ ਸਕਦੇ ਹਾਂ। ਸੈਂਟਰ ਅਲਾਈਨਮੈਂਟ ਕਰਨ ਲਈ ਅਸੀਂ Ctrl+E ਸ਼ਾਰਟਕਟ ਕੀ ਦੀ ਵਰਤੋਂ ਵੀ ਕਰ ਸਕਦੇ ਹਾਂ। ਜਿਸ ਪੈਰੇ ਦੀ ਵੀ ਅਸੀਂ ਅਲਾਈਨਮੈਂਟ ਸੈੱਟ ਕਰਨੀ ਹੈ ਉਸ ਪੈਰੇ ਉੱਪਰ ਕਰਸਰ ਹੋਣਾ ਲਾਜ਼ਮੀ ਹੈ। ਜੇਕਰ ਕਈ ਪੈਰੇ ਹਨ ਤਾਂ ਸਾਨੂੰ ਉਹਨਾਂ ਪੈਰਿਆਂ ਨੂੰ ਸਿਲੈਕਟ ਕਰਨਾ ਪਵੇਗਾ। ਫਿਰ ਜਿਸ ਅਲਾਈਨਮੈਂਟ ਆਪਸ਼ਨ ਉੱਪਰ ਕਲਿੱਕ ਕਰਾਂਗੇ ਉਸ ਅਨੁਸਾਰ ਉਹਨਾਂ ਪੈਰਾਗ੍ਰਾਫਸ ਦੀ ਅਲਾਈਨਮੈਂਟ ਉਸੇ ਅਨੁਸਾਰ ਸੈੱਟ ਹੋ ਜਾਵੇਗੀ। ਅਲਾਈਨਮੈਂਟ ਦੀ ਤੀਸਰੀ ਆਪਸ਼ਨ ਹੈ ਰਾਈਟ ਅਲਾਈਨਮੈਂਟ ਜਿਸ ਦੀ ਸ਼ਾਰਟਕਟ ਕੀ Ctrl+R ਹੈ। ਜੇਕਰ ਅਸੀਂ ਸਿਲੈਕਟ ਕੀਤੇ ਗਏ ਪੈਰੇ ਨੂੰ ਸੱਜੇ ਪਾਸਿਓਂ ਅਲਾਈਨ ਕਰਨਾ ਚਾਹੁੰਦੇ ਹਾਂ ਤਾਂ ਰਾਈਟ ਅਲਾਈਨਮੈਂਟ ਦੀ ਵਰਤੋਂ ਕਰਾਂਗੇ। ਜਿਵੇਂ ਕਿ ਇਸ ਪੈਰਾਗ੍ਰਾਫ ਦੀ ਅਲਾਈਨਮੈਂਟ ਲੈਫਟ ਸਾਈਡ ਵੱਲ ਸੈੱਟ ਹੈ। ਜੇਕਰ ਅਸੀਂ ਰਾਈਟ ਸਾਈਡ ਤੋਂ ਪੈਰਾਗ੍ਰਾਫ ਦੀ ਅਲਾਈਨਮੈਂਟ ਸੈੱਟ ਕਰਨਾ ਚਾਹੁੰਦੇ ਹਾਂ ਤਾਂ Ctrl+R ਜਾਂ ਰਾਈਟ ਅਲਾਈਨਮੈਂਟ ਉੱਪਰ ਕਲਿੱਕ ਕਰਦੇ ਹੋਏ ਅਸੀਂ ਪੈਰਾਗ੍ਰਾਫ ਨੂੰ ਰਾਈਟ ਸਾਈਡ ਵੱਲ ਅਲਾਈਨ ਕਰ ਸਕਦੇ ਹਾਂ, ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ। ਹੁਣ ਇਹ ਪੈਰਾ ਰਾਈਟ ਸਾਈਡ ਤੋਂ ਅਲਾਈਨ ਹੈ, ਪਰੰਤੂ ਲੈਫਟ ਸਾਈਡ ਤੋਂ ਇਸ ਦੀ ਅਲਾਈਨਮੈਂਟ ਖਤਮ ਹੋ ਚੁੱਕੀ ਹੈ। ਅਲਾਈਨਮੈਂਟ ਦੀ ਅਗਲੀ ਆਪਸ਼ਨ ਹੈ ਜਸਟੀਫਾਈ, ਜਿਸ ਲਈ ਅਸੀਂ Ctrl+J ਸ਼ਾਰਟਕਟ ਕੀ ਦੀ ਵਰਤੋਂ ਵੀ ਕਰ ਸਕਦੇ ਹਾਂ। ਜਸਟੀਫਾਈ ਅਲਾਈਨਮੈਂਟ ਨਾਲ ਅਸੀਂ ਪੈਰਾਗ੍ਰਾਫ ਨੂੰ ਖੱਬਿਓਂ ਅਤੇ ਸੱਜਿਓਂ ਦੋਵੇਂ ਪਾਸਿਓਂ ਅਲਾਈਨ ਕਰਕੇ ਸੈੱਟ ਕਰ ਸਕਦੇ ਹਾਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਇਸ ਪੈਰਾਗ੍ਰਾਫ ਦੀ ਅਲਾਈਨਮੈਂਟ ਖੱਬੇ ਅਤੇ ਸੱਜੇ ਦੋਵੇਂ ਪਾਸਿਓਂ ਸੈੱਟ ਹੋ ਜਾਵੇ ਤਾਂ ਅਸੀਂ ਇਸ ਪੈਰੇ ਉੱਪਰ ਕਰਸਰ ਲਿਆਉਣ ਤੋਂ ਬਾਅਦ Ctrl+J ਜਾਂ ਜਸਟੀਫਾਈ ਅਲਾਈਨਮੈਂਟ ਉੱਪਰ ਕਲਿੱਕ ਕਰਦੇ ਹੋਏ ਇਸ ਪੈਰਾਗ੍ਰਾਫ ਦੀ ਅਲਾਈਨਮੈਂਟ ਦੋਵੇਂ ਪਾਸਿਓਂ ਸੈੱਟ ਕਰ ਸਕਦੇ ਹਾਂ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਆਓ ਹੁਣ ਇਨਸਰਟ ਟੈਬ ਦੀਆਂ ਕੁਝ ਮੁੱਖ ਆਪਸ਼ਨਸ ਦੇਖਦੇ ਹਾਂ। ਜਦੋਂ ਅਸੀਂ ਇਨਸਰਟ ਟੈਬ ਉੱਪਰ ਕਲਿੱਕ ਕਰਾਂਗੇ ਤਾਂ ਇਨਸਰਟ ਟੈਬ ਨਾਲ ਸੰਬੰਧਿਤ ਵੱਖ-ਵੱਖ ਗਰੁੱਪਸ ਅਤੇ ਕਮਾਂਡਸ ਨਜ਼ਰ ਆਉਣਗੀਆਂ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਿਖਾਇਆ ਗਿਆ ਹੈ। ਸਭ ਤੋਂ ਪਹਿਲੀ ਮਹੱਤਵਪੂਰਨ ਕਮਾਂਡ ਹੈ ਪੇਜ ਬ੍ਰੇਕ, ਜੋ ਕਿ ਪੇਜਿਸ ਗਰੁੱਪ ਦਾ ਹਿੱਸਾ ਹੈ। ਫਿਰ ਅਗਲੀ ਮੁੱਖ ਆਪਸ਼ਨ ਹੈ ਪਿਕਚਰ, ਜੋ ਕਿ ਇਲਸਟ੍ਰੇਸ਼ਨਸ ਗਰੁੱਪ ਦਾ ਹਿੱਸਾ ਹੈ। ਪਿਕਚਰ ਆਪਸ਼ਨ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਤਸਵੀਰ ਨੂੰ ਆਪਣੇ ਵਰਡ ਡਾਕੂਮੈਂਟ ਵਿੱਚ ਲੈ ਕੇ ਆ ਸਕਦੇ ਹਾਂ। ਉਸ ਤੋਂ ਬਾਅਦ ਅਗਲੀ ਆਪਸ਼ਨ ਹੈ ਕਲਿੱਪ ਆਰਟ, ਫਿਰ ਹੈ ਸ਼ੇਪਸ, ਸਮਾਰਟ ਆਰਟ, ਹੈਡਰ ਅਤੇ ਫੁਟਰ, ਟੈਕਸਟ ਬਾਕਸ, ਵਰਡ ਆਰਟ ਆਦਿ। ਆਓ ਹੁਣ ਇਹਨਾਂ ਵਿੱਚੋਂ ਕੁਝ ਮੁੱਖ ਆਪਸ਼ਨ ਸੰਬੰਧੀ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਪੇਜ ਬ੍ਰੇਕ ਦਾਖਲ ਕਰਨ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ। ਪੇਜ ਬ੍ਰੇਕ ਆਪਸ਼ਨ ਇਨਸਰਟ ਟੈਬ ਦੇ ਪੇਜਿਸ ਗਰੁੱਪ ਵਿੱਚ ਮੌਜੂਦ ਹੁੰਦੀ ਹੈ। ਪੇਜ ਬ੍ਰੇਕ ਨਵਾਂ ਪੇਜ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ। ਜਦੋਂ ਅਸੀਂ ਪੇਜ ਦੇ ਅੰਤ ਵਿੱਚ ਪਹੁੰਚ ਜਾਂਦੇ ਹਾਂ ਤਾਂ ਵਰਡ ਆਪਣੇ ਆਪ ਪੇਜ ਬ੍ਰੇਕ ਦਾਖਲ ਕਰ ਦਿੰਦਾ ਹੈ।
परंतु असीं पेज विच इंसर्ट टैब की वरतों करते हुए उस विच पेज ब्रेक की ऑप्शन नाल भी किसी भी खास थां ते पेज ब्रेक दाखिल कर सकते हाँ। पेज ब्रेक दाखिल करने लई कंट्रोल प्लस एंटर शॉर्टकट की दी वरतों भी की जा सकती है। डॉक्यूमेंट विच जिस जगह उपर साडा करसर होवेगा उस थां तो एक नवा पेज डॉक्यूमेंट विच दाखिल हो जाएगा जेकर असीं पेज ब्रेक ऑप्शन की वरतों करांगे। क्लिप आर्ट ਜਦੋਂ ਅਸੀਂ इंसर्ट टैब ਦੇ क्लिप आर्ट ऑप्शन उपर क्लिक करते हाँ तो सानू क्लिप आर्ट लाइब्रेरी नज़र आएगी जिवें कि इस चित्र विच दिखाया गया है। क्लिप आर्ट खुलण तो बाद अपनी जरूरत अनुसार वो वर्ड टाइप करो जिस नाल संबंधित क्लिप्स या तस्वीरां असीं क्लिप आर्ट गैलरी विच दिखना चाहुंदे हाँ। शब्द टाइप करन तो बाद गो उपर क्लिक करो। गो उपर क्लिक करन तो बाद उस शब्द नाल संबंधित सारियां तस्वीरां जां हर प्रकार का मीडिया सानू इस क्लिप आर्ट गैलरी विच नज़र आएगा। जेकर असीं बिना कोई शब्द टाइप किए गो उपर क्लिक करांगे तो सारियां तस्वीरां अते होर मीडिया सानू इस गैलरी विच नज़र आएगा। क्लिप आर्ट विच पहलां तो ही बणियां बनाईयां तस्वीरां अते होर मीडिया मौजूद हुंदे हन, जिवें कि यह उदाहरणां क्लिप आर्ट गैलरी विच मौजूद तस्वीरां नूं दर्शा रहीआं हन। क्लिप आर्ट गैलरी विच जिस तस्वीर उपर भी असीं क्लिक करांगे ओह तस्वीर साडे डॉक्यूमेंट विच दाखिल हो जाएगी। डॉक्यूमेंट विच इन्हां क्लिप आर्ट ऑब्जैक्ट्स नूं दाखिल करन लई क्लिप आर्ट गैलरी की वरतों की जा सकती है। असीं अपनी जरूरत अनुसार किन्नियां भी क्लिप आर्ट तस्वीरां या मीडिया अपने डॉक्यूमेंट विच दाखिल कर सकते हैं। शेप्स क्लिप आर्ट तो अगली ऑप्शन है शेप्स। इसकी वरतों करते हुए असीं वख-वख किस्मां दीआं शेप्स जिवें कि लाइनस, ज्योमैट्रिकल शेप्स, ट्रायंगल, सर्कल, रैक्टेंगल आदि, एरोज, फ्लो चार्ट शेप्स, स्टार्स आदि ये वख-वख किस्मां दी शक्लां असीं अपने डॉक्यूमेंट विच दाखिल कर सकते हाँ। इस शेप गैलरी विच जिस तरह की शेप असीं अपने डॉक्यूमेंट विच दाखिल करना चाहुंदे हाँ उस शेप उपर क्लिक करो अते डॉक्यूमेंट विच आके क्लिक अते ड्रैग करते हुए उस शेप नूं ड्रा करो। जिवें कि यह दो शेप्स असीं इस शेप गैलरी विचों ही सिलैक्ट करके बनाईआं हन। किसी भी शेप नूं दाखिल करन तो बाद असीं उस शेप विच टैक्सट भी दाखिल कर सकते हाँ। जिवें कि असीं इस ट्रायंगल शेप विच एक शब्द टाइप किया है ट्रायंगल। इस तरह असीं किसी भी शेप विच कोई टैक्सट भी टाइप कर सकते हाँ। स्मार्ट आर्ट यह ऑप्शन भी इंसर्ट टैब के इलूस्ट्रेशनस ग्रुप विच मौजूद हुंदी है। इस दी वरतों नाल असीं किसी सूचना नूं एक तस्वीर के रूप विच पेश कर सकते हाँ। जिवें कि यह सूचना जो हेठां चित्र विच दिखाई गई है उस नूं असीं स्मार्ट आर्ट विच मौजूद वख-वख शेप्स की मदद नाल बनाया है। इस तरह किसी सूचना नूं तस्वीर के रूप विच पेश करन लई इन्हां वख-वख ऑप्शनां की वरतों करते हुए आसानी नाल दर्शाया जा सकता है। टैक्सट बॉक्स यह ऑप्शन भी इंसर्ट टैब के टैक्सट ग्रुप विच मौजूद हुंदी है। यह एक ऑब्जैक्ट हुंदा है जिस की मदद नाल असीं अपनी फाइल विच किसी भी जगह ते एक बॉक्स बना के उस विच टैक्सट टाइप करके रख सकते हाँ। जिवें कि हेठां चित्र विच दिखाया गया है। यह एक टैक्सट बॉक्स है जिस विच असीं कुछ टैक्सट टाइप किया है। यह वख-वख किस्मां दे टैक्सट बॉक्स हैं। जिस तरह का टैक्सट बॉक्स असीं बनाउणा चाहुंदे हाँ उस ऑप्शन उपर क्लिक करके उस तरह के टैक्सट बॉक्स नूं असीं अपने डॉक्यूमेंट विच दाखिल कर सकते हाँ। परंतु जेकर असीं अपने अनुसार टैक्सट बॉक्स ड्रा करना है तो इस हेठां दित्ती ऑप्शन उपर क्लिक करके असीं अपनी इच्छा अनुसार किसी भी डॉक्यूमेंट विच टैक्सट बॉक्स ड्रा कर सकते हाँ। टैक्सट बॉक्स ड्रा करने लई माउस का क्लिक अते ड्रैग किया जाता है। उस तो बाद उस बॉक्स विच अपने आप एक कर्सर नज़र आएगा जिस की सहायता नाल असीं उस बॉक्स विच कुछ भी टाइप कर सकते हैं। वर्ड आर्ट यह ऑप्शन भी
ਇਨਸਰਟ ਟੈਬ ਦੇ ਟੈਕਸਟ ਗਰੁੱਪ ਵਿੱਚ ਮੌਜੂਦ ਹੁੰਦੀ ਹੈ। ਡਾਕੂਮੈਂਟ ਵਿੱਚ ਇਸ ਦੀ ਵਰਤੋਂ ਸਪੈਸ਼ਲ ਟੈਕਸਟ ਇਫੈਕਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਇੱਕ ਸਿੰਪਲ ਟੈਕਸਟ ਹੈਲੋ ਸਟੂਡੈਂਟਸ ਨੂੰ ਜੇਕਰ ਅਸੀਂ ਇਸ ਤਰ੍ਹਾਂ ਡੈਕੋਰੇਟ ਕਰਕੇ ਸਜਾਵਟ ਨਾਲ ਦਰਸਾਉਣਾ ਚਾਹੁੰਦੇ ਹਾਂ ਤਾਂ ਅਸੀਂ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਵਰਡ ਆਰਟ ਉੱਪਰ ਕਲਿੱਕ ਕਰਕੇ ਆਪਣੀ ਇੱਛਾ ਅਨੁਸਾਰ ਕਿਸੇ ਵੀ ਇਫੈਕਟ ਨੂੰ ਉਸ ਸਿਲੈਕਟ ਕੀਤੇ ਗਏ ਟੈਕਸਟ ਉੱਪਰ ਲਾਗੂ ਕਰ ਸਕਦੇ ਹਾਂ। ਆਮ ਤੌਰ ਤੇ ਇਸ ਦੀ ਵਰਤੋਂ ਡਾਕੂਮੈਂਟ ਦੀ ਸਜਾਵਟ ਲਈ ਜਾਂ ਵਿਸ਼ੇਸ਼ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ। ਸਿੰਬਲਸ ਆਪਸ਼ਨ ਵੀ ਇਨਸਰਟ ਟੈਬ ਦੇ ਸਿੰਬਲ ਗਰੁੱਪ ਵਿੱਚ ਮੌਜੂਦ ਹੁੰਦੀ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ। ਇਸ ਦੀ ਵਰਤੋਂ ਨਾਲ ਅਸੀਂ ਵਿਦੇਸ਼ੀ ਭਾਸ਼ਾਵਾਂ ਦੇ ਅੱਖਰ ਜਾਂ ਕੁਝ ਖਾਸ ਚਿੰਨ੍ਹ ਜੋ ਅਸੀਂ ਕੀਬੋਰਡ ਤੋਂ ਸਿੱਧੇ ਟਾਈਪ ਨਹੀਂ ਕਰ ਸਕਦੇ, ਉਹਨਾਂ ਨੂੰ ਆਪਣੇ ਡਾਕੂਮੈਂਟ ਵਿੱਚ ਦਾਖਲ ਕਰ ਸਕਦੇ ਹਾਂ। ਜਿਵੇਂ ਕਿ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਹ ਵੱਖ-ਵੱਖ ਚਿੰਨ੍ਹ ਅਸੀਂ ਕੀਬੋਰਡ ਤੋਂ ਟਾਈਪ ਨਹੀਂ ਕਰ ਸਕਦੇ, ਪਰੰਤੂ ਜੇਕਰ ਅਸੀਂ ਇਹਨਾਂ ਵਿੱਚੋਂ ਕਿਸੇ ਚਿੰਨ੍ਹ ਨੂੰ ਆਪਣੇ ਟੈਕਸਟ ਵਿੱਚ ਐਡ ਕਰਨਾ ਚਾਹੁੰਦੇ ਹਾਂ ਤਾਂ ਸਿੰਬਲ ਆਪਸ਼ਨ ਉੱਪਰ ਕਲਿੱਕ ਕਰਕੇ ਆਪਣੀ ਜ਼ਰੂਰਤ ਅਨੁਸਾਰ ਕਿਸੇ ਵੀ ਸਿੰਬਲ ਉੱਪਰ ਕਲਿੱਕ ਕਰਕੇ ਉਸ ਸਿੰਬਲ ਨੂੰ ਆਪਣੇ ਡਾਕੂਮੈਂਟ ਵਿੱਚ ਦਾਖਲ ਕਰ ਸਕਦੇ ਹਾਂ। ਜੇਕਰ ਅਸੀਂ ਇਹਨਾਂ ਤੋਂ ਇਲਾਵਾ ਹੋਰ ਸਿੰਬਲਸ ਦੇਖਣਾ ਚਾਹੁੰਦੇ ਹਾਂ ਤਾਂ ਮੋਰ ਸਿੰਬਲਸ ਆਪਸ਼ਨ ਦੀ ਵਰਤੋਂ ਕਰਦੇ ਹੋਏ ਅਸੀਂ ਹੋਰ ਸਿੰਬਲਸ ਵੀ ਦੇਖ ਸਕਦੇ ਹਾਂ ਅਤੇ ਉਹਨਾਂ ਨੂੰ ਆਪਣੇ ਡਾਕੂਮੈਂਟ ਵਿੱਚ ਦਾਖਲ ਕਰ ਸਕਦੇ ਹਾਂ। ਆਓ ਹੁਣ ਕੁਝ ਮਹੱਤਵਪੂਰਨ ਸ਼ਾਰਟਕਟ ਕੀ ਸੰਬੰਧੀ ਜਾਣਕਾਰੀ ਹਾਸਲ ਕਰਦੇ ਹਾਂ। Ctrl+A ਫਾਈਲ ਦੇ ਸਾਰੇ ਕੰਟੈਂਟਸ ਨੂੰ ਸਿਲੈਕਟ ਕਰਨ ਲਈ ਇਸ ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ। Ctrl+B ਸਿਲੈਕਟ ਕੀਤੇ ਗਏ ਟੈਕਸਟ ਨੂੰ ਬੋਲਡ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। Ctrl+C ਟੈਕਸਟ ਨੂੰ ਕਾਪੀ ਕਰਨ ਲਈ। Ctrl+D ਫੌਂਟ ਡਾਇਲੌਗ ਬਾਕਸ ਖੋਲ੍ਹਣ ਲਈ। ਇਸ ਡਾਇਲੌਗ ਬਾਕਸ ਦੀ ਮਦਦ ਨਾਲ ਅਸੀਂ ਸਿਲੈਕਟ ਕੀਤੇ ਟੈਕਸਟ ਨੂੰ ਬੜੀ ਆਸਾਨੀ ਨਾਲ ਫਾਰਮੈਟ ਕਰ ਸਕਦੇ ਹਾਂ। Ctrl+E ਟੈਕਸਟ ਨੂੰ ਸੈਂਟਰ ਅਲਾਈਨ ਕਰਨ ਲਈ। Ctrl+F ਫਾਈਲ ਵਿੱਚੋਂ ਕਿਸੇ ਸ਼ਬਦ ਜਾਂ ਟੈਕਸਟ ਨੂੰ ਲੱਭਣ ਲਈ ਇਸ ਸ਼ਾਰਟਕਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ। Ctrl+H ਇਸ ਸ਼ਾਰਟਕਟ ਕੀ ਦੀ ਵਰਤੋਂ ਨਾਲ ਅਸੀਂ ਡਾਕੂਮੈਂਟ ਵਿੱਚੋਂ ਕਿਸੇ ਸ਼ਬਦ ਨੂੰ ਲੱਭ ਕੇ ਉਸ ਨੂੰ ਕਿਸੇ ਹੋਰ ਸ਼ਬਦ ਨਾਲ ਬਦਲ ਸਕਦੇ ਹਾਂ। Ctrl+I ਟੈਕਸਟ ਨੂੰ ਇਟੈਲਿਕ ਕਰਨ ਲਈ। Ctrl+J ਟੈਕਸਟ ਨੂੰ ਜਸਟੀਫਾਈ ਅਲਾਈਨ ਕਰਨ ਲਈ। Ctrl+L ਟੈਕਸਟ ਨੂੰ ਲੈਫਟ ਅਲਾਈਨ ਕਰਨ ਲਈ। Ctrl+N ਨਿਊ ਫਾਈਲ ਬਣਾਉਣ ਲਈ। Ctrl+O ਪਹਿਲਾਂ ਤੋਂ ਬਣੀ ਹੋਈ ਫਾਈਲ ਨੂੰ ਓਪਨ ਕਰਨ ਲਈ। Ctrl+P ਫਾਈਲ ਨੂੰ ਪ੍ਰਿੰਟ ਕਰਨ ਲਈ। Ctrl+R ਟੈਕਸਟ ਨੂੰ ਰਾਈਟ ਅਲਾਈਨ ਕਰਨ ਲਈ। Ctrl+S ਫਾਈਲ ਵਿੱਚ ਕੀਤੇ ਕੰਮ ਨੂੰ ਸੇਵ ਕਰਨ ਲਈ। Ctrl+U ਟੈਕਸਟ ਨੂੰ ਅੰਡਰਲਾਈਨ ਕਰਨ ਲਈ। Ctrl+V ਕੱਟ ਜਾਂ ਕਾਪੀ ਕੀਤੇ ਗਏ ਟੈਕਸਟ ਨੂੰ ਪੇਸਟ ਕਰਨ ਲਈ। Ctrl+X ਸਿਲੈਕਟ ਕੀਤੇ ਗਏ ਟੈਕਸਟ ਨੂੰ ਕੱਟ ਜਾਂ ਮੂਵ ਕਰਨ ਲਈ। Ctrl+Y ਰੀਡੂ ਕਰਨ ਲਈ। Ctrl+Z ਅੰਡੂ ਕਰਨ ਲਈ। Ctrl+ ਓਪਨਿੰਗ ਸਕੁਏਅਰ ਬ੍ਰੈਕਟ ਟੈਕਸਟ ਦਾ ਸਾਈਜ਼ ਛੋਟਾ ਕਰਨ ਲਈ। Ctrl+ ਕਲੋਜ਼ਿੰਗ ਸਕੁਏਅਰ ਬ੍ਰੈਕਟ ਟੈਕਸਟ ਦਾ ਸਾਈਜ਼ ਵੱਡਾ ਕਰਨ ਲਈ। Ctrl+1 ਪੈਰੇ ਦੀਆਂ ਲਾਈਨਾਂ ਵਿਚਕਾਰ ਸਿੰਗਲ ਸਪੇਸ ਸੈੱਟ ਕਰਨ ਲਈ। Ctrl+2 ਪੈਰੇ ਦੀਆਂ ਲਾਈਨਾਂ ਵਿਚਕਾਰ ਡਬਲ ਲਾਈਨ ਸਪੇਸ ਸੈੱਟ ਕਰਨ ਲਈ। Ctrl+5 ਪੈਰੇ ਦੀਆਂ ਲਾਈਨਾਂ ਵਿਚਕਾਰ 1.5 ਦੀ ਲਾਈਨ ਸਪੇਸ ਸੈੱਟ ਕਰਨ ਲਈ। Ctrl+ਬ੍ਰੇਕ ਪੇਜ ਬ੍ਰੇਕ ਦਾਖਲ ਕਰਨ ਲਈ। ਆਓ ਹੁਣ ਇਸ ਪਾਠ ਦੇ ਅਭਿਆਸ ਵਿੱਚ ਦਿੱਤੇ ਗਏ ਖਾਲੀ ਥਾਵਾਂ ਸੰਬੰਧੀ ਡਿਸਕਸ਼ਨ ਕਰਦੇ ਹਾਂ। ਸਭ ਤੋਂ ਪਹਿਲੀ ਖਾਲੀ ਥਾਂ ਹੈ ਪੂਰੇ ਵਰਡ ਨੂੰ ਚੁਣਨ ਲਈ ਉਸ ਉੱਤੇ ਡੈਸ਼ ਕਲਿੱਕ ਕਰੋ। ਇੱਥੇ ਚੁਣਨ ਤੋਂ ਭਾਵ ਹੈ ਸਿਲੈਕਟ ਕਰਨਾ। ਪਿਆਰੇ ਬੱਚਿਓ, MS ਵਰਡ ਵਿੱਚ ਪੂਰੇ ਸ਼ਬਦ ਨੂੰ ਸਿਲੈਕਟ ਕਰਨ ਲਈ ਉਸ ਉੱਪਰ ਕਿੰਨੇ ਵਾਰ ਕਲਿੱਕ ਕੀਤਾ ਜਾਵੇਗਾ? ਜੀ ਹਾਂ, ਡਬਲ ਕਲਿੱਕ ਕੀਤਾ ਜਾਵੇਗਾ। ਭਾਵ ਕਿਸੇ ਸ਼ਬਦ ਨੂੰ ਸਿਲੈਕਟ ਕਰਨ ਲਈ ਉਸ ਉੱਪਰ 2 ਵਾਰ ਕਲਿੱਕ ਕਰਕੇ ਉਸ ਸ਼ਬਦ ਨੂੰ ਸਿਲੈਕਟ ਕੀਤਾ ਜਾ ਸਕਦਾ ਹੈ। ਡੈਸ਼ ਗਰੁੱਪ ਸਾਨੂੰ ਟੈਕਸਟ ਦਾ ਫੌਂਟ, ਸਟਾਈਲ, ਸਾਈਜ਼, ਰੰਗ ਅਤੇ ਹੋਰ ਕਈ ਚੀਜ਼ਾਂ ਬਦਲਣ ਦੀ ਆਗਿਆ ਦਿੰਦਾ ਹੈ। ਪਿਆਰੇ ਬੱਚਿਓ, ਇਹਨਾਂ ਚਾਰਾਂ ਵਿੱਚੋਂ
ਕਿਹੜਾ ਗਰੁੱਪ ਹੈ ਜਿਸ ਨਾਲ ਅਸੀਂ ਟੈਕਸਟ ਉੱਪਰ ਫੌਂਟ ਸਟਾਈਲ ਸਾਈਜ਼ ਜਾਂ ਉਹਦਾ ਰੰਗ ਬਦਲ ਸਕਦੇ ਹਾਂ। ਜੀ ਹਾਂ, ਬਿਲਕੁਲ ਸਹੀ, ਫੌਂਟ ਗਰੁੱਪ। ਇਹ ਸਾਰੀਆਂ ਆਪਸ਼ਨਸ ਫੌਂਟ ਗਰੁੱਪ ਵਿੱਚ ਮੌਜੂਦ ਹੁੰਦੀਆਂ ਹਨ। ਡੈਸ਼ ਦਾ ਮਤਲਬ ਹੈ ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਹੇਠਾਂ ਲਾਈਨ ਖਿੱਚਣਾ। ਬਹੁਤ ਆਸਾਨ। ਪਿਆਰੇ ਬੱਚਿਓ, ਇਸ ਦਾ ਉੱਤਰ ਕੀ ਆਵੇਗਾ? ਬਿਲਕੁਲ ਸਹੀ, ਅੰਡਰਲਾਈਨ। ਡੈਸ਼ ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਇੱਕ ਹਾਈਲਾਈਟਰ ਪੈਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ। ਪਿਆਰੇ ਬੱਚਿਓ, ਇਸ ਦਾ ਸਹੀ ਉੱਤਰ ਜੀ ਹਾਂ, ਬਿਲਕੁਲ ਸਹੀ, ਟੈਕਸਟ ਹਾਈਲਾਈਟ ਕਲਰ। ਇਸ ਆਪਸ਼ਨ ਦੀ ਵਰਤੋਂ ਨਾਲ ਅਸੀਂ ਕਿਸੇ ਵੀ ਟੈਕਸਟ ਨੂੰ ਹਾਈਲਾਈਟ ਕਰ ਸਕਦੇ ਹਾਂ। ਸ਼ੇਪ ਨੂੰ ਦਾਖਲ ਕਰਨ ਉਪਰੰਤ ਇੱਕ ਨਵਾਂ ਟੈਬ ਦਿਖਾਈ ਦਿੰਦਾ ਹੈ ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਇਸ ਦਾ ਸਹੀ ਉੱਤਰ ਕੀ ਹੋਵੇਗਾ? ਜੀ ਹਾਂ, ਡਰਾਇੰਗ ਟੂਲ ਫਾਰਮੈਟ। ਜਦੋਂ ਅਸੀਂ ਆਪਣੇ ਡਾਕੂਮੈਂਟ ਵਿੱਚ ਕਿਸੇ ਆਬਜੈਕਟ ਉੱਪਰ ਕਲਿੱਕ ਕਰਦੇ ਹਾਂ ਤਾਂ ਸਾਨੂੰ ਇੱਕ ਨਵਾਂ ਟੈਬ ਜਿਸ ਨੂੰ ਡਰਾਇੰਗ ਟੂਲ ਫਾਰਮੈਟ ਕਿਹਾ ਜਾਂਦਾ ਹੈ ਵਰਡ ਵਿੰਡੋ ਉੱਪਰ ਨਜ਼ਰ ਆਵੇਗਾ। ਸਹੀ ਗਲਤ। ਸਭ ਤੋਂ ਪਹਿਲੀ ਸਟੇਟਮੈਂਟ ਹੈ ਅਸੀਂ ਕਲਿੱਪ ਆਰਟ ਦੀ ਮਦਦ ਨਾਲ ਆਪਣੇ ਡਾਕੂਮੈਂਟ ਵਿੱਚ ਟੈਕਸਟ ਨੂੰ ਸਪੈਸ਼ਲ ਇਫੈਕਟ ਦੇ ਸਕਦੇ ਹਾਂ। ਪਿਆਰੇ ਬੱਚਿਓ, ਇਹ ਸਹੀ ਹੈ ਜਾਂ ਗਲਤ? ਜੀ ਹਾਂ, ਇਹ ਸਟੇਟਮੈਂਟ ਗਲਤ ਹੈ ਕਿਉਂਕਿ ਕਲਿੱਪ ਆਰਟ ਦੀ ਵਰਤੋਂ ਨਾਲ ਅਸੀਂ ਡਾਕੂਮੈਂਟ ਵਿੱਚ ਤਸਵੀਰਾਂ ਦਾਖਲ ਕਰ ਸਕਦੇ ਹਾਂ। ਟੈਕਸਟ ਉੱਪਰ ਸਪੈਸ਼ਲ ਇਫੈਕਟ ਲਾਗੂ ਕਰਨ ਲਈ ਅਸੀਂ ਵਰਡ ਆਰਟ ਦੀ ਵਰਤੋਂ ਕਰਦੇ ਹਾਂ, ਜਿਸ ਕਾਰਨ ਇਹ ਸਟੇਟਮੈਂਟ ਗਲਤ ਹੈ। ਦੂਸਰੀ ਸਟੇਟਮੈਂਟ ਹੈ ਟੈਕਸਟ ਬਾਕਸ ਇੱਕ ਆਬਜੈਕਟ ਹੁੰਦਾ ਹੈ ਜਿਸ ਨਾਲ ਅਸੀਂ ਇਸ ਨੂੰ ਫਾਈਲ ਵਿੱਚ ਕਿਤੇ ਵੀ ਰੱਖ ਕੇ ਟਾਈਪ ਕਰ ਸਕਦੇ ਹਾਂ। ਪਿਆਰੇ ਬੱਚਿਓ, ਇਹ ਸਟੇਟਮੈਂਟ ਸਹੀ ਹੋਵੇਗੀ ਜਾਂ ਗਲਤ? ਜੀ ਹਾਂ, ਬਿਲਕੁਲ ਠੀਕ, ਇਹ ਸਟੇਟਮੈਂਟ ਸਹੀ ਹੈ। ਟੈਕਸਟ ਇਫੈਕਟ ਵਿੱਚ ਆਊਟਲਾਈਨ, ਸ਼ੈਡੋ, ਗਲੋ ਅਤੇ ਰਿਫਲੈਕਸ਼ਨ ਆਪਸ਼ਨਸ ਮੌਜੂਦ ਹੁੰਦੀਆਂ ਹਨ। ਪਿਆਰੇ ਬੱਚਿਓ, ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਜੀ ਹਾਂ, ਬਿਲਕੁਲ ਠੀਕ, ਇਹ ਸਟੇਟਮੈਂਟ ਸਹੀ ਹੈ। ਬੋਲਡ ਟੈਕਸਟ ਦਾ ਮਤਲਬ ਹੈ ਅੱਖਰਾਂ ਨੂੰ ਤਿਰਛਾ ਕਰਕੇ ਲਿਖਣਾ। ਇਹ ਸਟੇਟਮੈਂਟ ਸਹੀ ਹੋਵੇਗੀ ਜਾਂ ਗਲਤ? ਜੀ ਹਾਂ, ਤੁਹਾਡਾ ਜਵਾਬ ਬਿਲਕੁਲ ਠੀਕ ਹੈ। ਇਹ ਸਟੇਟਮੈਂਟ ਗਲਤ ਹੈ ਕਿਉਂਕਿ ਬੋਲਡ ਕਰਨ ਨਾਲ ਟੈਕਸਟ ਨੂੰ ਗੂੜਾ ਕੀਤਾ ਜਾਂਦਾ ਹੈ, ਜਦਕਿ ਅੱਖਰਾਂ ਨੂੰ ਤਿਰਛਾ ਕਰਨ ਲਈ ਇਟੈਲਿਕ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲੀ ਸਟੇਟਮੈਂਟ ਹੈ ਕੀਬੋਰਡ ਤੋਂ ਕੰਟਰੋਲ+ ਓਪਨਿੰਗ ਸਕੁਏਅਰ ਬ੍ਰੈਕਟ ਅਤੇ ਕੰਟਰੋਲ+ ਕਲੋਜ਼ਿੰਗ ਸਕੁਏਅਰ ਬ੍ਰੈਕਟ ਕੀਜ਼ ਨੂੰ ਇਕੱਠਿਆਂ ਦਬਾ ਕੇ ਟੈਕਸਟ ਦਾ ਸਾਈਜ਼ ਵੱਡਾ ਜਾਂ ਛੋਟਾ ਕਰ ਸਕਦੇ ਹਾਂ। ਪਿਆਰੇ ਬੱਚਿਓ, ਇਹ ਸਟੇਟਮੈਂਟ ਸਹੀ ਹੈ ਜਾਂ ਗਲਤ? ਜੀ ਹਾਂ, ਬਿਲਕੁਲ ਠੀਕ, ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਪਿਆਰੇ ਬੱਚਿਓ, ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਇਹਨਾਂ ਨੂੰ ਖੁਦ ਹੱਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਕੋਈ ਵੀ ਪ੍ਰਸ਼ਨ ਹੱਲ ਕਰਨ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ ਕਿ ਇਸ ਵੀਡੀਓ ਲੈਕਚਰ ਨੂੰ ਦੁਬਾਰਾ ਤੋਂ ਧਿਆਨ ਨਾਲ ਦੇਖੋ ਅਤੇ ਸੁਣੋ। ਮੈਨੂੰ ਪੂਰੀ ਆਸ ਹੈ ਤੁਸੀਂ ਇਹਨਾਂ ਸਾਰੇ ਪ੍ਰਸ਼ਨ ਉੱਤਰਾਂ ਨੂੰ ਬੜੀ ਆਸਾਨੀ ਨਾਲ ਆਪਣੇ ਆਪ ਹੱਲ ਕਰ ਪਾਵੋਗੇ। ਪਿਆਰੇ ਵਿਦਿਆਰਥੀਓ, ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਅਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਲੱਗੀ। ਧੰਨਵਾਦ।